लॉटरी जे हेराफेरी ना होए तो पता नहीं लगता कि निकलनी है। दलित का पुत पहली बारी कांग्रेस ने सीएम बनाता पंजाब का, एक किन्ना क काट किया पंजाब च। रविदासीए समाज, फिर वो मजहबी आ गए, वाल्मीकि समाज आ गया, सारे आ गए, उन्होंने वो आपे अलग अलग हो गए, तुसीं फिर उन्होंने डिवाइड करता। मैं इस राजनीति में चंगा नहीं समझदा कि ये एक धर्मशाला बन गई पोलीटिकल पार्टियां जिहदे दरवाजे है नहीं। कि पहले गल हुंदी सी धर्म की जित जी, हुण कहंदे जीत ही धर्म है। मैं पहली बार इलैक्शन देखा जिहदे कोई बाउंड्रीज नहीं है, कि कोई कंडीशन नहीं, जिस कोई आइडियोलॉजी नहीं, अपॉर्चुनिज्म। संयुक्त समाज मोर्चा ने यह कहा कि ये आम आदमी पार्टी टिकटां बेचती है, अलैज किया उन्होंने। बिल्कुल आप दा जिहड़ा रौला है उही उहदा केडर है। अकाली दल, बीजेपी ਜਾਂ ਕਾਂਗਰਸ ਇਹਦਾ ਕੇਡਰ ਹੈ 20% ਹੋ ਸਕਦਾ, 22%। ਇਹਨੇ ਉੱਥੋਂ ਚੱਲਣਾ, ਉਹਨੇ ਰੌਲੇ ਤੋਂ ਚੱਲਣਾ। ਤੇ ਜੇ ਤੁਸੀਂ ਦਿੱਲੀ ਦਾ ਚੰਡੀਗੜ੍ਹ ਦੇ ਨਾਲ ਕੰਪੇਅਰ ਕਰ ਲਓ ਤੇ ਚੰਡੀਗੜ੍ਹ ਦੇ ਮਾਡਲ ਸਕੂਲ ਕਿਤੇ ਵਧੀਆ ਨੇ, ਦਿੱਲੀ ਦੇ ਜਿਹੜੇ ਵੀ ਉਹ ਕਹਿ ਰਹੇ ਨੇ ਅਸੀਂ ਵਧੀਆ ਸਕੂਲ ਬਣਾਏ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਤੇ ਸਰਕਾਰ ਬਣਾਉਣ ਤੇ ਘੱਟ ਜ਼ੋਰ ਲਾਇਆ, ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਤੇ ਜ਼ਿਆਦਾ ਜ਼ੋਰ ਲਾਇਆ। ਜਿਵੇਂ केजरीवाल साहब ने भगवंत मान नूं कढ़िया मोबाइल चों। कि मैं तुहानूं गारंटी दी है भी 2000 देवांगा तो मेरे इलैक्शन एक्सपेंसिस च काउंट होवे भी तुसीं अज ये गारंटी दे रहे हो तो कि स्टेट पे करेगी, है तो ब्राइब ही है पर एक्सपेंसिस च काउंट रिश्वत है, ये रिश्वत है। ਹੁਣ ਇਹ ਵੀ ਬੜਾ ਵਧੀਆ ਮੌਕਾ ਮਿਲ ਗਿਆ ਵੀ ਅਖੀਰਲੇ 2 ਮਹੀਨੇ ਤੁਸੀਂ ਖਜ਼ਾਨੇ 'ਚ ਕਹੋ ਜੇ ਮੈਂ ਮੁੱਖ ਮੰਤਰੀ ਬਣ ਗਿਆ, ਮੇਰੀ ਸਰਕਾਰ ਬਣ ਗਈ ਤੇ ਮੈਂ ਸਾਰਿਆਂ ਦੇ ਘਰ ਭਰ ਦੂੰਗਾ। फिर एक यूनिट टेरेटरी का मुकाबला यूनिट टेरेटरी ने करो तो भिखी विंडला तो नहीं कर सकते ना। अमित शाह जी ने कहा कि कोई ज्योतिषी जो है वही अंदाजा लगा सकता। नाल ये भी कहा उन्होंने भी राष्ट्रपति राज नहीं, कोशिश करांगे कुछ पार्टियां नाल गठ जोड़। पंजाब के लोगों ने लंबे कड़मास तो बाद 20 फरवरी ਨੂੰ 5 मुख धिरां ਜਿਹੜੀਆਂ ਚੋਣ ਮੈਦਾਨ ਸੀ पंजाब विधान सभा ਦੀਆਂ ਚੋਣਾਂ 'ਚ, ਔਰ ਅੱਗੇ 8 ਪਾਰਟੀਆਂ ਜਿਹੜੀਆਂ ਜੁੜੀਆਂ ਸੀ 5 धिरां ਨਾਲ ਆਪਣਾ ਫਰਜ਼ ਨਿਭਾ ਦਿੱਤਾ। ਪਰ ਹੁਣ ਪੰਜਾਬ ਦੇ ਲੋਕ ਇਹ ਪੁੱਛਣਾ, ਇਹ ਸੁਣਨਾ ਔਰ ਇਹ ਸਮਝਣਾ ਚਾਹੁੰਦੇ ਨੇ ਵੀ 10 ਮਾਰਚ ਨੂੰ ਲਾਟਰੀ ਕਿਹਦੀ ਨਿਕਲੂਗੀ। ਯਤਨ ਕਰ ਰਿਹਾ ਦਾ ਸਮਰ ਨਿਊਜ਼ ਵੀ ਕੁਛ ਨਾ ਕੁਛ ਇਹਦੇ ਸੰਬੰਧ ਵਿੱਚ ਤੁਹਾਨੂੰ 10 ਮਾਰਚ ਤੋਂ ਪਹਿਲਾਂ ਦੱਸੀਏ। ਤੇ ਇੱਕ ਸ਼ਖਸੀਅਤ ਨੇ ਡਾਕਟਰ ਪ੍ਰਮੋਦ ਕੁਮਾਰ, ਤੁਸੀਂ ਬੜਾ ਸੁਣਿਆ ਗਿਣਿਆ ਹੋਊਗਾ ਉਹਨਾਂ ਨੂੰ, ਬੜੇ ਸਿਆਸੀ ਮਾਹਰ ਨੇ। ਉਸ ਸਿਆਸਤ ਦੇ ਅੰਦਰ ਵੜ ਕੇ ਉਹਨਾਂ ਨੇ ਕਈ ਵਾਰੀ ਕਈ ਭਵਿੱਖਬਾਣੀਆਂ ਵੀ ਕੀਤੀਆਂ ਨੇ। ਅੱਜ ਫਿਰ ਯਤਨ ਕਰਾਂਗੇ। ਡਾਕਟਰ ਸਾਹਿਬ ਤੁਸੀਂ ਬਹੁਤ ਨੇੜਿਓਂ ਦੇਖਿਆ ਸਾਰਾ ਕੁਛ, ਕੀ ਲੱਗਦਾ कौन चढ़ूगा विधान सभा दी पौड़ियां इस बार? देखो तुसी एक शब्द का इस्तेमाल किया लॉटरी जी। लॉटरी जे हेराफेरी ना होए तो पता नहीं लगता कि निकलनी है। तो इस करके एक गल तो लॉटरी वाली है। पर जेडे संकेत ने कुछ जे असी पहला संकेत ये देखिए कि जेडी परसेंटेज वोट्स पोल होंदी है, साडे कोल पहला संकेत इलैक्शन चो यही आया। ओके, वो 5% के आस पास पंजाब च घटिया। पर घट भी नहीं कह सकते पोल हुई। 71.95% बहुत है पोलिंग। असी जो कंपैरेटिव एनालिसिस करते हैं कि 5% लोग घर क्यों बह गए, ਜਿਹੜੇ ਕੰਪੈरेटिवली 2017 ਤੋਂ 5% ਵੋਟ ਸ਼ੇਅਰ ਜੀ 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 5.45। ਇਹਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਜਾਂ ਲੋਕਾਂ ਨੂੰ ਕੋਈ ਚੁਆਇਸ ਨਹੀਂ ਲੱਗੀ, ਕੋਈ ਅਵੇਲੇਬਲ ਹੈ। ਜਿਵੇਂ ਤੁਸੀਂ ਕਿਹਾ ਵੀ ਪਾਰਟੀਆਂ ਦਾ ਕੜਮਤ ਸੀਗਾ, ਪਰ ਲੋਕਾਂ ਨੂੰ ਇਹ ਲੱਗਾ ਵੀ ਕੋਈ ਰੀਅਲ ਚੁਆਇਸ ਨਹੀਂ ਹੈ। ਆਲਟਰਨੇਟ ਦੀ ਗੱਲ, ਬਦਲਾਵ ਦੀ ਗੱਲ। ਡਾਕਟਰ ਸਾਹਿਬ ਕਿਵੇਂ ਕਹਿ ਸਕਦੇ 71.95 ਭਾਵ 72% ਲੋਕਾਂ ਨੇ ਤੇ ਪਾਈਆਂ ਵੋਟਾਂ। ਦੇਖੋ ਉਹਨਾਂ ਚੁਆਇਸ ਤੇ ਹੋਊਗੀ ਤਾਂ ਹੀ ਪਾਈਆਂ ਨਾ ਜੀ। ਦੇਖੋ ਗੱਲ ਇਹ ਹੈ, ਅਸੀਂ ਕਹਿੰਦੇ ਹਾਂ ਇਹਦੇ 'ਚ ਪੋਲੀਟੀਕਲ ਸਾਇੰਸ ਇਹ ਗੱਲ ਹੁੰਦੀ ਹੈ ਕਿ ਆਪਸ਼ਨਸ ਹੈ, ਪਰ ਰੀਅਲ ਚੁਆਇਸ, ਬਦਲਾਵ ਦੇ ਨਾਲ ਜੁੜੀ ਹੋਈ ਚੁਆਇਸ ਇਹ ਲੋਕਾਂ 5% ਨੂੰ ਨਹੀਂ ਲੱਗੀ। ਉਹਨਾਂ ਨੂੰ ਲੱਗੀ ਹੋਏਗੀ 71% ਨੂੰ। ਮੈਂ ਉਹਨਾਂ ਦੀ ਹਾਲੇ ਕਮੈਂਟ ਨਹੀਂ ਦੇ ਰਿਹਾ। ਓਕੇ, ਪਹਿਲੇ ਇਸ ਚੁਣਾਵ ਦੇ ਵਿੱਚ ਪਹਿਲਾ ਸੰਕੇਤ ਪਰਸੈਂਟੇਜ ਆਫ ਵੋਟਸ ਪੋਲ ਤੋਂ ਲੈ ਰਿਹਾ।
ਓਕੇ ਓਕੇ। ਤੇ ਉਹਦੇ 'ਚ ਹੁਣ ਜਿਹੜੇ 71% ਨੇ ਜੋ ਕਾਰਗੁਜ਼ਾਰੀ ਕੀਤੀ ਹੈ ਉਹ 10 ਮਾਰਚ ਨੂੰ ਸਾਹਮਣੇ ਆ ਜਾਣੀ ਹੈ। ਮੈਂ ਤਾਂ ਸਿਰਫ ਇਹ ਗੱਲ ਕਹਿ ਰਿਹਾ ਪਹਿਲਾ ਸੰਕੇਤ। ਔਰ ਉਹਦੇ ਨਾਲ ਜੁੜਿਆ ਹੋਇਆ ਸੰਕੇਤ ਇਹ ਹੈ ਕਿ ਜਿਹੜਾ ਕੋਈ 46 ਕੌਂਸਟੀਚੁਐਂਸੀਜ਼ ਮਾਲਵੇ ਦੀਆਂ, ਉਹਦਾ ਉੱਤੇ ਵੋਟ ਘਟਿਆ 5 ਤੋਂ ਲੈ ਕੇ 10% ਤੱਕ। ਬੜਾ ਵੱਡਾ ਡਿਕਲਾਈਨ ਹੈ ਉਸ ਕੌਂਸਟੀਚੁਐਂਸੀ। ਤੁਸੀਂ ਮੈਨੂੰ ਪੁੱਛੋਗੇ ਮੈਂ ਸੀਟ ਵਾਈਜ਼ ਕਿਉਂ ਇਹ ਗੱਲ ਕਰ ਰਿਹਾ, ਸਟੇਟ ਦੀ ਕਿਉਂ ਨਹੀਂ ਗੱਲ ਕਰ ਰਿਹਾ। ਇਸ ਕਰਕੇ ਕਿ ਇਹ ਇਲੈਕਸ਼ਨ ਸਟੇਟ ਲੈਵਲ ਦਾ ਇਲੈਕਸ਼ਨ ਹੀ ਨਹੀਂ ਸੀ। ਤੁਹਾਡਾ ਵੱਲੋਂ ਹਵਾ ਨਹੀਂ ਸੀ ਕਿਸੇ ਦੇ ਹੱਕ 'ਚ? ਹਾਂ, ਸਟੇਟ ਲੈਵਲ ਦਾ ਇਲੈਕਸ਼ਨ ਹੀ ਨਹੀਂ ਸੀ। ਓਕੇ। ਜਿਸ 'ਚ ਨਾ ਕੋਈ ਮੁੱਦੇ ਸਟੇਟ ਲੈਵਲ ਦੇ ਸੀ, ਨਾ ਹੀ ਕੋਈ ਏਜੰਡਾ ਉਹ ਇਹੋ ਜਿਹਾ ਲੈ ਕੇ ਆਂਦਾ ਗਿਆ। ਸਿਰਫ ਉਹ 'ਚ ਫਰੀ ਬੀਜ਼ ਜਾਂ ਡੋਲ ਦੀ ਖਰਾਬ ਦੀ ਗੱਲ ਕੀਤੀ ਗਈ। ਔਰ ਉਹਦੇ 'ਚ ਇੰਟਰਸਟਿੰਗ ਗੱਲ ਦੱਸ ਦੇਵਾਂ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਮੈਨੀਫੈਸਟੋ ਵੀ ਨਹੀਂ ਕੱਢਿਆ। ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਤੇ 2 ਮਹੀਨੇ ਪਹਿਲਾਂ ਕਈ ਗਰੰਟੀਆਂ ਦੇ ਗਏ ਜੀ, ਬਿਜਲੀ ਦੀ, ਸਿੱਖਿਆ ਦੀ, ਅਸੀਂ ਸਿਹਤ ਦੀ। ਹਾਂ, ਸੋ ਗਰੰਟੀਆਂ ਦਿੰਦੀਆਂ ਰਹੀਆਂ ਪਾਰਟੀਆਂ। ਮੈਨੀਫੈਸਟੋ ਦੱਸੋ ਕਿ ਕਿਸੇ ਵੀ ਇਲੈਕਸ਼ਨ 'ਚ ਅਸੀਂ ਮੈਨੀਫੈਸਟੋ ਨੂੰ ਬਹੁਤ ਇੰਪੋਰਟੈਂਟ ਸਮਝਦੇ ਹਾਂ, ਜਿਹ 'ਚ ਆਈਡੀਓਲੋਜੀ, ਵਿਜ਼ਨ, ਪੋਲੀਟੀਕਲ ਫਿਊਚਰ ਦੇ ਲੋਕ ਉਹਨੂੰ ਆਧਾਰ ਬਣਾ ਕੇ ਵੋਟ ਪਾਉਂਦੇ ਨੇ, ਬਹੁਤ ਪਾਉਂਦੇ ਨੇ। ਗਰੰਟੀਆਂ ਤਾਂ ਬੜੀਆਂ ਦਿੱਤੀਆਂ, ਇਸੇ ਕਰਕੇ ਮੈਂ ਕਿਹਾ ਖਰਾਬ ਦੀ ਗੱਲਾਂ ਹੋਈਆਂ, ਪਰ ਮੈਨੀਫੈਸਟੋ ਨੂੰ ਬਹੁਤਾ ਸੀਰੀਅਸਲੀ ਇਸ ਇਲੈਕਸ਼ਨ 'ਚ ਨਹੀਂ ਲਿਆ ਗਿਆ। ਪਰ ਮੈਂ ਜਿਹੜੀ ਗੱਲ ਅਸਲੀ ਤੁਹਾਨੂੰ ਕਹਿਣਾ ਇਹ ਚਾਹ ਰਿਹਾ ਕਿ ਜਿਹੜੇ ਜਦੋਂ ਗਿਰਾਵਟ ਵੀ ਸਾਲਾਂ ਪਹਿਲੇ ਜੋ ਲੋਕ ਕਹਿੰਦੇ ਅਰਬਨ ਵੋਟਰ ਘੱਟ ਆਇਆ ਜਾਂ ਰੂਰਲ ਘੱਟ ਆਇਆ ਜਾਂ ਸੈਮੀ ਅਰਬਨ, ਇੰਟਰਸਟਿੰਗ ਗੱਲ ਹੈ ਡਿਕਲਾਈਨ ਈਵਨਲੀ ਹੈ ਪਰਸੈਂਟੇਜ ਵੋਟਸ ਪੋਲ ਤੇ। ਅਰਬਨ ਕੌਂਸਟੀਚੁਐਂਸੀਆਂ ਤੇ ਸੈਮੀ ਅਰਬਨ ਤੇ ਰੂਰਲ 'ਚ ਡਿਕਲਾਈਨ ਇੱਕੋ ਜਿਹੀ ਹੈ ਆਲਮੋਸਟ। ਸੋ ਇਹਦਾ ਮਤਲਬ ਇਹ ਹੋਇਆ ਸਕਦੇ ਸ਼ਹਿਰੀ 'ਚ ਘੱਟ ਪਈਆਂ। ਇਸੇ ਕਰਕੇ ਤੁਹਾਡਾ ਇਹ ਮਿਸਕਨਸੈਪਸ਼ਨ ਦੂਰ ਕਰਨ ਲਈ ਕਹਿ ਰਿਹਾ ਹਾਂ ਕਿ ਵੀ ਸ਼ਹਿਰੀ ਵੀ ਉਨੀਆਂ ਹੀ ਘੱਟ ਪਈਆਂ ਜਿੰਨੀਆਂ ਕਿ ਸੈਮੀ ਅਰਬਨ, ਜਿੰਨੀਆਂ ਕਿ ਪਿੰਡਾਂ 'ਚ। ਤੇ ਇਹਦੇ ਬਾਰੇ ਇਹ ਕਹਿ ਦੇਣਾ ਕਿ ਆ ਸ਼ਹਿਰ ਵਾਲਿਆਂ ਨੇ ਘੱਟ ਪਾਈਆਂ ਜਾਂ ਉਹਨੇ, ਇਹ ਨਹੀਂ ਹੈ। ਐਵਰੇਜ ਲੈਵਲ ਤੇ ਉਨੀਆਂ ਹੀ। ਓਕੇ, ਐਵਰੇਜ ਲੈਵਲ ਤੇ ਅਸੀਂ ਜਦੋਂ ਕਹਿੰਦੇ ਆ ਨਾ ਵੀ ਕਿੰਨੀਆਂ ਸੀਟਾਂ ਜਿਹੜੀਆਂ ਅਰਬਨ ਨੇ ਉਹਨਾਂ 'ਚ 5 ਤੋਂ 10% ਵੋਟ ਘੱਟ ਪਈ ਹੈ, ਉਹ ਬਰਾਬਰ ਨੇ ਜਿੰਨੀਆਂ ਕਿ ਰੂਰਲ 'ਚ ਪਰਸੈਂਟੇਜ ਵਾਈਜ਼ ਔਰ ਜਿੰਨੀਆਂ ਕਿ ਸੈਮੀ ਅਰਬਨ 'ਚ ਨੇ। ਦੂਜੀ ਗੱਲ ਰੀਜਨ 'ਚ ਜਿਹੜੇ ਰੀਜਨ ਨੇ ਸਾਡੇ ਮਾਲਵਾ, ਮਾਝਾ, ਦੁਆਬਾ ਜੀ, ਉਹਦੇ 'ਚ ਸਾਰਿਆਂ ਨਾਲੋਂ ਘੱਟ ਸੀਟਾਂ ਤੇ ਜਿਹੜੀ ਮੈਕਸੀਮਮ ਡਿਕਰੀਜ਼ ਹੋਈ ਹੈ 5 ਤੋਂ 10% ਦੀ, ਉਹ ਦੁਆਬੇ 'ਚ ਹੋਈ ਹੈ, ਦੂਜੇ ਨੰਬਰ ਤੇ ਮਾਲਵੇ 'ਚ ਹੋਈ ਹੈ, ਤੀਜੇ ਨੰਬਰ ਤੇ ਮਾਝੇ 'ਚ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਵੋਟ ਜਿਹੜੀ ਰੀਜਨ ਵਾਈਜ਼ ਦੇਖੀਏ ਤੇ ਵੋਟਾਂ ਦਾ ਡਿਕਲਾਈਨ ਸੀਟਾਂ ਦੇ ਵਿੱਚ 70% ਜਾਂ ਜਿੰਨੇ ਵੀ ਇਸ ਦੇ ਆਸ-ਪਾਸ। ਦੁਆਬੇ 'ਚ ਫਿਰ ਮਾਲਵੇ 'ਚ ਉਸ ਤੋਂ ਘੱਟ। ਮਾਲਵੇ ਜਿਵੇਂ 46 ਸੀਟਾਂ ਤੇ। ਮੈਂ ਮਾਲਵੇ ਦੀ ਕਿਉਂ ਗੱਲ ਕਰਦਾ ਵੀ ਇਹ ਮਾਲਵਾ ਇੱਕ ਪੰਜਾਬ ਦਾ ਬੜਾ ਇੰਪੋਰਟੈਂਟ ਔਰ ਬੜਾ ਵੱਡਾ ਜ਼ੋਨ ਹੈ। ਉਹਦੇ 'ਚ ਜਿਹੜੀਆਂ ਵੋਟ ਪੋਲ ਹੋਈ ਹੈ 46 ਸੀਟਾਂ ਤੇ 5 ਤੋਂ 10% ਘੱਟ ਵੋਟ ਪੋਲ ਹੋਈ ਹੈ। ਔਰ ਇਹਨਾਂ ਦੇ ਵਿੱਚ ਮੈਂ ਅਗਲਾ ਇੱਕ ਫੈਕਟਰ ਕਹਿ ਦਿੰਦਾ ਹੋਰ ਕਿ ਵੀ ਇਹਨਾਂ ਦੇ ਵਿੱਚ ਜਿਹੜੀ ਵੋਟ ਘੱਟ ਪੋਲ ਹੋਈ ਹੈ ਇਹਦਾ ਮਤਲਬ ਵੀ ਚੇਂਜ, ਬਦਲਾਵ ਦੇ ਵੱਲ ਜਿਹੜਾ ਰੁਝਾਨ ਸੀ ਇਹਨਾਂ ਵੋਟਰ ਦਾ ਨਹੀਂ ਸੀ। ਇਹਨਾਂ ਨੂੰ ਲੱਗਿਆ ਵੀ ਕੋਈ ਵੀ ਪਾਰਟੀ ਉਸ ਬਦਲਾਵ ਦੀ ਰਾਜਨੀਤੀ ਨੂੰ ਨਹੀਂ ਰਿਪਰੈਜ਼ੈਂਟ ਕਰ ਰਹੀ ਜਿਹਦਾ ਇੱਕ ਨਾਅਰਾ ਬੜੇ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਸੀ। ਮੈਂ ਟੋਕ ਰਿਹਾ ਵਿੱਚ ਇੱਕ ਪ੍ਰਭਾਵ ਇੱਦਾਂ ਦਾ ਸੀ ਜਦੋਂ ਮੀਡੀਆ ਜਾਂਦਾ ਸੀ ਆਮ ਵੋਟਰਾਂ ਕੋਲ ਤੇ 10 ਵਿੱਚੋਂ ਘੱਟੋ ਘੱਟ 7-8 ਕਹਿੰਦੇ ਸੀ ਬਦਲਾਅ। ਉਹ ਕੀ ਚਾਹੁੰਦੇ ਸੀ? ਦੇਖੋ ਹੁਣ ਮੈਂ ਇਸੇ ਕਰਕੇ ਕਹਿ ਰਿਹਾ ਜੋ ਰੁਝਾਨ ਆਇਆ ਹੁਣ ਮੀਡੀਆ ਨੂੰ ਤਾਂ ਕਹਿੰਦੇ ਸੀ ਉਹ, ਮੈਂ ਰੁਝਾਨ ਦੀ ਤੁਹਾਨੂੰ ਇਹੀ ਗੱਲ ਦੱਸ ਰਿਹਾ ਵੀ ਇਸੇ ਕਰਕੇ ਜੇ ਵੋਟਰ ਇਹ ਨਹੀਂ ਗਿਆ ਇਹ ਵਾਲਾ ਤੇ ਇਹਨੂੰ ਕੋਈ ਬਦਲਾਅ ਵਾਲੀ ਗੱਲ ਨਜ਼ਰ ਨਹੀਂ ਆਈ। ਇਹਨੂੰ ਸਾਰੀ ਪਾਰਟੀਆਂ ਇੱਕੋ ਜਿਹੀ ਲੱਗੀਆਂ। ਜਿਵੇਂ ਤੁਸੀਂ ਆਪੇ ਕਿਹਾ ਵੀ ਉਹਨੂੰ ਲੱਗਾ ਕੜਮਾਸਾ ਹੈ ਤੇ ਮੈਨੂੰ ਕੋਈ ਲੋੜ ਨਹੀਂ ਪਾਉਣ ਦੀ। ਅਸੀਂ ਤਾਂ ਉਹਦੇ ਪਰ 10 ਤੋਂ 6-7 ਤੇ ਕਹਿ ਰਹੇ ਸੀ ਤੇ ਮੈਂ ਉਹ 6-7 ਮੈਂ ਤਾਂ ਤੁਹਾਨੂੰ ਕਿਹਾ ਨਾ ਵੀ 71% ਉਹ ਚੇਂਜ ਸਮਝ ਕੇ ਵੋਟ ਪਾਈ ਹੋਣੀ ਹੈ। ਮੈਂ ਤਾਂ ਉੱਤੇ ਡਿਸਐਗਰੀ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਵੀ ਜਿਹੜੇ ਲੋਕਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਇਹ ਕੜਮਾਸ ਨਜ਼ਰ ਆਇਆ, ਉਹਨਾਂ ਨੂੰ ਨਹੀਂ ਲੱਗਾ ਕਿ ਕੋਈ ਬਦਲਾਅ ਵਾਲੀ ਗੱਲ। ਠੀਕ ਹੈ, ਪਹਿਲੀ ਗੱਲ। ਬਸ ਮੈਂ ਸਿਰਫ ਇੰਨੀ ਗੱਲ ਹੀ ਕਹਿ ਰਿਹਾ। ਔਰ ਜਿਹੜੀਆਂ 46 ਕੌਂਸਟੀਚੁਐਂਸੀਜ਼ ਮਾਲਵੇ ਦੀਆਂ ਨੇ ਉਹਦੇ ਵਿੱਚ 5 ਤੋਂ 10% ਵੋਟਾਂ ਦਾ ਡਿਕਲਾਈਨ ਹੋ ਜਾਣਾ ਔਰ ਉਹਦੇ ਵਿੱਚ ਹੀ ਡੇਰਾ ਸੱਚਾ ਸੌਦਾ ਦਾ ਇਨਫਲੂਐਂਸ ਜ਼ਿਆਦਾ ਹੋਣਾ। ਉਹਨਾਂ ਦੀ 20 ਕੌਂਸਟੀਚੁਐਂਸੀ ਦੇ ਆਸ-ਪਾਸ 'ਚ ਉਹਨਾਂ ਦਾ ਬੜਾ ਇਨਫਲੂਐਂਸ ਹੈ ਇਹਨਾਂ 46 ਜੀ। ਦੂਜੀ ਗੱਲ ਜੁੜੀ ਹੋਈ ਇਹਨਾਂ ਦੇ ਵਿੱਚ ਹੀ ਜਿਹੜੀ ਸਾਡੀ ਮਜ਼੍ਹਬੀ ਭਾਈਚਾਰਾ ਹੈ ਉਹਦੀ ਵੀ ਕੰਸਨਟ੍ਰੇਸ਼ਨ 15 ਤੋਂ 25% ਦੇ ਕਰੀਬ ਹੈਗੀ ਹੈ। ਰਵਿਦਾਸੀਆ ਜੀ ਦੀ ਹੈ, ਰਵਿਦਾਸ ਭਾਈਚਾਰੇ ਦੀ ਵੀ, ਪਰ ਇਹਦੀ ਵੀ ਹੈ। ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਦੇ ਵਿੱਚ ਜਿਹੜਾ ਡੇਰੇ ਦਾ ਇਨਫਲੂਐਂਸ ਹੈ ਇਹਨਾਂ ਕੌਂਸਟੀਚੁਐਂਸੀ 'ਤੇ ਔਰ ਵੋਟ ਦਾ ਗਿਰ ਜਾਣਾ ਥੱਲੇ,
ਇਹ ਕਿਸੇ ਇੱਕ ਪਾਰਟੀ ਨੂੰ ਜ਼ਰੂਰ ਨੁਕਸਾਨ ਪਹੁੰਚਾ ਸਕਦਾ ਔਰ ਕਿਸੇ ਨੂੰ ਫਾਇਦਾ ਪਹੁੰਚਾ ਸਕਦਾ। ਤੇ ਮੈਂ ਇਸ ਕਰਕੇ ਨਹੀਂ ਇਹ ਕਿਆਸ ਲਗਾ ਰਿਹਾ ਕਿ ਕਿਹੜੀ ਪਾਰਟੀ ਦਾ ਜ਼ਿਆਦਾ ਨੁਕਸਾਨ ਹੋਇਆ ਹੋਏਗਾ, ਕਿਹਦਾ ਫਾਇਦਾ, ਕਿਉਂਕਿ 117 ਕਾਂਸਟੀਚੁਐਂਸੀਆਂ ਆਪਣੀ ਆਪਣੀ ਕਹਾਣੀ ਅਲੱਗ-ਅਲੱਗ ਹੈ। ਹਰ ਕਾਂਸਟੀਚੁਐਂਸੀ ਆਪਣੇ ਆਪ 'ਚ ਇੱਕ ਸਟੋਰੀ ਹੈ ਔਰ ਇਸ ਕਰਕੇ ਇਹ ਕਿਆਸ ਲਗਾ ਦੇਣਾ ਥੋੜਾ ਔਖਾ ਹੈ। ਪਰ ਇਹਦੇ 'ਚ ਮੈਂ ਇਹ ਗੱਲ ਜ਼ਰੂਰ ਇਹ ਕਹਿ ਦੇਣਾ ਚਾਹੁੰਦਾ ਵੀ ਇਸ ਇਲੈਕਸ਼ਨ 'ਚ ਮੁੱਦਾ ਨਹੀਂ ਬਣੇ। ਈਵਨ ਤੁਸੀਂ ਦੇਖ ਲਓ ਕਿ ਕਿਸਾਨੀ ਦੀ ਵੱਡੀ ਸਟਰਗਲ ਗਾਇਬ ਸੀ ਵਿੱਚੋਂ ਉਹਦਾ ਮੁੱਦਾ ਵੀ ਇੱਕ ਮੁੱਦਾ ਤੇ ਡਾਕਟਰ ਸਾਹਿਬ ਮੰਨਾਪੂ ਬਣਿਆ ਸੀ ਆਮ ਆਦਮੀ ਪਾਰਟੀ ਤੇ ਰਵਾਇਤੀ ਪਾਰਟੀਆਂ। ਇੱਕ ਇਹਦੇ ਤੇ ਬਹੁਤ ਡਿਬੇਟ ਹੋਈ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਗੱਲ ਕਹਿੰਦੀ ਸੀ ਵੀ ਤੁਸੀਂ ਦੇਖ ਲਈਆਂ ਰਵਾਇਤੀ ਪਾਰਟੀਆਂ, ਇਹਨਾਂ ਨੇ ਦਹਾਕਿਆਂ 'ਚ ਤੁਹਾਨੂੰ ਡਰੱਗ ਦਿੱਤੀ, ਬੇਰੁਜ਼ਗਾਰੀ ਦਿੱਤੀ, ਕਰਜ਼ਾ ਦਿੱਤਾ, ਇੱਕ ਵਾਰੀ ਸਾਨੂੰ ਪਰਖੋ। ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਵੀ ਚਰਨਜੀਤ ਚੰਨੀ ਵੀ ਕਹਿੰਦਾ ਰਿਹਾ ਅਸੀਂ ਬਾਹਰਲਿਆਂ ਦੇ ਹੱਥ ਦੇਵਾਂ। ਚੰਨੀ ਹੋਣਾ ਦੇ ਕਈ ਤਿੱਖੇ ਸ਼ਬਦ ਵੀ ਵਰਤੇ, ਬਾਹਰਲਿਆਂ ਦੇ ਹੱਥ ਦੇਵਾਂਗੇ ਸਰਕਾਰ। ਔਰ ਸੁਖਬੀਰ ਬਾਦਲ ਹੁੰਦੇ ਤਾਂ ਕਹਿੰਦੇ ਰਹੇ ਖੇਤਰੀ ਪਾਰਟੀ ਇੱਕੋ ਆ, ਉਹਨਾਂ ਦਿੱਲੀ ਤੋਂ ਚੱਲਣਾ, ਅਸੀਂ ਪੰਜਾਬ ਦੀ ਧਰਤੀ ਤੋਂ ਚੱਲਣਾ। ਇਹ ਇੱਕ ਹੈਗਾ ਸੀ ਮੁੱਦਾ। ਦੇਖੋ ਗੱਲ ਇਹ ਹੈ, ਇਹ ਤਾਂ ਹੁਣ ਲੋਕਾਂ ਨੇ ਦੇਖਣਾ। ਮੈਨੂੰ ਇਹ ਲੱਗਦਾ ਵੀ ਬਦਲਾਵ ਕਿਹੜਾ ਬਦਲਾਵ ਔਰ ਕਿਹਦੇ ਲਈ ਬਦਲਾਵ। ਨਹੀਂ, ਜਿਹੜੇ ਅਰਵਿੰਦ ਕੇਜਰੀਵਾਲ ਦੇ ਉਹ ਸ਼ਬਦ ਕਿਤੇ ਲੋਕਾਂ ਨੂੰ ਅਪੀਲ ਨਹੀਂ ਕਰ ਰਹੇ ਵੀ ਇੱਕ ਵਾਰੀ ਮੌਕਾ ਦੇ ਦਿਓ, ਇਹਨਾਂ ਨੂੰ ਤਾਂ ਬੜਾ ਤੁਸੀਂ ਹੰਢਾ ਲਿਆ। ਦੇਖੋ ਮੈਂ ਜਿਹੜੀ ਗੱਲ ਇਹ ਕਿਉਂ ਕਹਿਣਾ ਚਾਹ ਰਿਹਾ ਕਿ ਬਦਲਾਵ ਔਰ ਕਿਹਦੇ ਲਈ ਬਦਲਾਵ। ਨੀਲੀ ਪਗੜੀ ਚਿੱਟੀ ਪਗੜੀ ਤੋਂ ਚਿੱਟੀ ਟੋਪੀ ਦਾ ਬਦਲਾਵ ਕੋਈ ਬਦਲਾਵ ਨਹੀਂ ਹੈ। ਸ਼ਾਇਦ ਲੋਕਾਂ ਨੂੰ ਵੀ ਨਜ਼ਰ ਆਉਂਦਾ ਹੋਵੇਗਾ। ਦੂਜੀ ਗੱਲ, ਜੇ ਤੁਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਜਿਹੜੇ ਕਿ ਅਕਾਲੀ ਦਲ ਤੋਂ ਡਰਾਪ ਆਊਟ ਨੇ ਜਾਂ ਕਾਂਗਰਸ ਤੋਂ ਡਰਾਪ ਆਊਟ ਹੈ ਜਾਂ ਰਾਜਨੀਤੀ ਦੇ ਡਰਾਪ ਆਊਟ ਕੈਂਡੀਡੇਟ ਨੇ, ਜੇ ਤੁਸੀਂ ਇਹ ਸੋਚ ਲਓ ਵੀ ਲੋਕੀ ਉਹਨੂੰ ਬਦਲਾਵ ਸਮਝ ਕੇ ਵੋਟ ਪਾ ਦੇਣਗੇ ਤੇ ਉਹਨਾਂ ਨੂੰ ਇੱਕ ਮੌਕਾ ਹੋਰ ਦੇ ਦੇਣਗੇ ਤੇ ਸ਼ਾਇਦ ਲੋਕਾਂ ਨੂੰ ਲੱਗਾ ਹੋਏਗਾ ਵੀ ਇੰਨੀ ਕੋਈ ਗੱਲ ਨਹੀਂ। ਪਰ ਮੈਨੂੰ ਪਤਾ ਨਹੀਂ ਹੈ ਵੀ ਕੀ ਉਹਦੇ 'ਚ ਹੋਇਆ। ਪਰ ਮੈਂ ਤੁਹਾਨੂੰ ਬਦਲਾਵ ਦੀ ਜਿਹੜੀ ਰਾਜਨੀਤੀ ਹੈ ਨਾ, ਅਸੀਂ ਇਹ ਸਮਝਦੇ ਹਾਂ ਬਦਲਾਵ ਕਿਸੇ ਆਲਟਰਨੇਟਿਵ ਵੱਲ ਇਸ਼ਾਰਾ ਕਰਦਾ। ਤੁਸੀਂ ਕਹਿੰਦੇ ਹੋ ਮੈਨੂੰ ਲੈ ਕੇ ਆਓ ਬਦਲਾਵ ਆ ਮੈਂ ਤੁਹਾਨੂੰ 1000 ਰੁਪਇਆ ਹਰ ਔਰਤ ਨੂੰ ਦੇ ਦਾਂਗਾ, ਉਹ ਕਹਿੰਦਾ ਮੈਂ 2000 ਦੇ ਦਾਂਗਾ, ਕੋਈ ਵੱਡਾ ਬਦਲਾਵ ਹੋ ਗਿਆ। ਮੈਂ ਜੇ ਬਦਲਾਵ ਮਾਫ ਕਰ ਦੂੰਗਾ, ਉਹ ਦੂਜਾ ਕਹਿੰਦਾ 400 ਕਰ ਦੂੰ। ਹਾਂ, ਇਹਦਾ ਮਤਲਬ ਉਹ ਵੱਡਾ ਬਦਲਾਵ ਥੋੜਾ ਪੱਲੇ ਹੋ ਕੇ ਦਿੱਤਾ ਹੁੰਦਾ। ਨਹੀਂ, ਵੱਡਾ ਬਦਲਾਵ ਨਹੀਂ ਨਾ। ਪੰਜਾਬ ਨੂੰ ਕਿਸ ਤਰ੍ਹਾਂ ਦਾ ਬਦਲਾਵ ਦੀ ਲੋੜ ਹੈ? ਪੰਜਾਬ ਨੂੰ ਇੱਕ ਪੈਰਾਡਾਈਮ ਸ਼ਿਫਟ ਹੋਣ ਦੀ। ਜਦੋਂ ਕਿਉਂ ਕਿਸਾਨੀ ਦੀ ਗੱਲ ਤੁਹਾਡੇ ਨੋਟਿਸ 'ਚ ਲਿਆ ਰਿਹਾ ਸੀ ਕਿ ਕਿਸਾਨੀ ਜਿਹੜੀ ਪੰਜਾਬ ਦੀ ਹੈ ਇੱਕ ਐਗਰੀਕਲਚਰ ਕ੍ਰਾਈਸਿਸ, ਇੱਕ ਵੱਡੇ ਕ੍ਰਾਈਸਿਸ ਤੋਂ ਗੁਜ਼ਰ ਰਹੀ ਹੈ। ਇਸੇ ਕਰਕੇ ਇੰਨਾ ਵੱਡਾ ਐਜੀਟੇਸ਼ਨ ਹੋਈ। ਤੇ ਕੀ ਤੁਸੀਂ ਕਿਸਾਨੀ ਦਾ ਇੱਕ ਮੁੱਦਾ ਕਿ ਐਗਰੀਕਲਚਰ ਕ੍ਰਾਈਸਿਸ ਤੋਂ ਪੰਜਾਬ ਨੂੰ ਕੱਢਣ ਲਈ ਸਾਡੀ ਕੀ ਰਾਜਨੀਤੀ ਹੋਏਗੀ? 2000 ਰੁਪਏ ਘਰ ਦੇਣ ਦੀ ਰਾਜਨੀਤੀ ਤਾਂ ਨਹੀਂ ਹੋਏਗੀ ਨਾ, 1000 ਰੁਪਏ ਘਰ ਦੇਣ ਦੀ ਰਾਜਨੀਤੀ ਤਾਂ ਨਹੀਂ ਹੋਏਗੀ ਨਾ। ਕਿਸਾਨੀ ਨੂੰ ਉਹਦੇ ਜਾਣ ਲਈ ਐਗਰੀਕਲਚਰ ਦਾ ਮੇਰਾ ਅਗਲੇ 5 ਸਾਲ ਦਾ 10 ਸਾਲ ਦਾ ਉਹਦੇ ਲਈ ਮੈਨੀਫੈਸਟੋ ਜ਼ਰੂਰੀ ਹੁੰਦੀ ਹੈ ਕਿ ਮੈਂ ਕੀ ਕਰਾਂਗਾ, ਡਾਇਵਰਸੀਫਾਈ ਕਰਾਂਗਾ ਐਗਰੀਕਲਚਰ ਨੂੰ, ਉਹਨੂੰ ਇੰਡਸਟਰੀ ਨਾਲ ਕਿੱਦਾਂ ਲਿੰਕ ਕਰਾਂਗਾ, ਮੇਰੀ ਸਟ੍ਰੈਟਜੀ ਕੀ ਹੋਏਗੀ। ਇਹ ਲੋਕਾਂ ਨੂੰ ਦੱਸਣਾ ਪੈਂਦਾ। ਤੁਹਾਨੂੰ ਇਹ ਵੀ ਦੱਸਣਾ ਪਏਗਾ ਕਿ ਇੱਕ ਯੂਥ ਨੂੰ ਖਾਲੀ ਕਹਿ ਦੇਣਾ ਮੈਂ ਯੂਥ ਨੂੰ ਕੈਨੇਡਾ ਨਹੀਂ ਜਾਣ ਦੇਵਾਂਗਾ, ਵੀ ਕਿਉਂ ਨਹੀਂ ਜਾਣ ਦੇਵਾਂਗਾ? ਬਿਲਕੁਲ ਠੀਕ। ਯੂਥ ਕਿਉਂ ਨਾ ਜਾਏ? ਜਿਹੜੇ ਕੈਨੇਡਾ ਗਏ ਉਹ ਵਾਪਸ ਆ ਜਾਣਗੇ, ਇਹ ਵੀ ਕਿਉਂ ਆ ਜਾਣਗੇ? ਦੇਖੋ ਜੇ ਸ਼ਹਿਰ ਦੇ ਬੰਦੇ ਸਾਡੇ ਸਾਰੇ ਪੜ੍ਹੇ ਲਿਖਿਆਂ ਦੇ ਬੱਚੇ ਬਾਹਰ ਜਾਂਦੇ ਨੇ ਤੇ ਇੱਕ ਕਿਸਾਨ ਦਾ ਬੱਚਾ ਬਾਹਰ ਕਿਉਂ ਨਾ ਜਾਏ? ਪਰ ਉਹ 'ਚ ਮੁੱਦਾ ਇਹ ਆਉਂਦਾ ਹੈ ਕਿ ਉਹਨੂੰ ਵੀ ਅਸੀਂ ਚੰਗੀ ਸਿੱਖਿਆ ਦਈਏ, ਉਹਨੂੰ ਵੀ ਸਕਿੱਲ ਉਹਦੇ ਚੰਗੇ ਵਧਾਈਏ ਕਿ ਬਾਹਰ ਜਾ ਕੇ ਉਹ ਚੰਗੇ ਕੰਮ ਕਰ ਸਕੇ। ਤੇ ਬਾਹਰ ਤਾਂ ਜਾਣਾ ਹੀ ਹੁੰਦਾ। ਪੰਜਾਬ 'ਚ ਤਾਂ 1875 ਤੋਂ ਅਸੀਂ ਬਾਹਰ ਜਾਣ ਨੂੰ ਤੁਰੇ ਹੋਏ ਹਾਂ। ਸਾਡਾ ਤਾਂ ਹਿਮਾਲਿਆ 'ਤੇ ਵੀ ਸ਼ਾਨੇ ਪੰਜਾਬ ਰੈਸਟੋਰਾਂ ਤੇ ਢਾਬੇ ਹੁੰਦੇ ਆ। ਤੇ ਪੰਜਾਬ ਦੀ ਮੋਬਿਲਿਟੀ ਖੜੋਤ ਕਿਉਂ ਕਰਨੀ ਹੈ? ਇਸ ਕਰਕੇ ਮੈਨੂੰ ਲੱਗਦਾ ਵੀ ਕਈ ਗੱਲਾਂ ਲੋਕਾਂ ਨੂੰ ਇਹ ਲੱਗਾ ਕਿ ਪੰਜਾਬ ਦਾ ਯੂਥ ਅਨਇੰਪਲਾਇਡ ਹੈ ਜੀ, ਪੰਜਾਬ ਦਾ ਯੂਥ ਹੈ ਜੀ। ਦੇਖੋ ਪੰਜਾਬ ਦਾ ਯੂਥ ਅਨਇੰਪਲਾਇਡ ਹੈ, ਉਹਨੂੰ ਪ੍ਰੋਡਕਟਿਵ ਵੈਲਿਊ ਉਹਦੇ ਲਈ ਕ੍ਰੀਏਟ ਕਰੋ, ਐਵਨਿਊ ਕ੍ਰੀਏਟ ਕਰੋ, ਉਹਨੂੰ ਸਕਿੱਲ ਦਿਓ ਕਿ ਨੌਕਰੀ ਲੈ ਸਕੇ। ਮੁੱਦਾ ਇਹ ਹੋਣਾ ਚਾਹੀਦਾ ਸੀ। ਮੁੱਦਾ ਇਹ ਨਹੀਂ ਹੋਣਾ ਚਾਹੀਦਾ ਸੀ। ਡਾਕਟਰ ਸਾਹਿਬ ਮੁੱਦੇ ਤਾਂ ਖਤਮ ਹੀ ਹੋ ਗਏ ਨਾ ਹੁਣ ਤੇ ਵੀ ਤੁਸੀਂ ਚੋਗਾ ਪਾਓ, ਲੋਲੀਪੌਪ ਪਾਓ, ਡੰਗ ਟਪਾਊ ਆ ਗਈ ਰਾਤ। ਡਾਕਟਰ ਸਾਹਿਬ ਮੈਂ ਥੋੜਾ ਜਿਹਾ ਹੋਰ ਸਪਸ਼ਟ ਹੋਣਾ ਚਾਹੁੰਦਾ। ਪੰਜਾਬ ਦੇ ਲੋਕ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ। ਜੇ ਆਪਾਂ ਪਾਰਟੀ ਵਾਈਜ਼ ਕਰੀਏ, ਆਪਾਂ ਕਾਂਗਰਸ ਦੀ ਗੱਲ ਕਰ ਲਈਏ, 4.5 ਸਾਲ ਦਾ ਰਾਜ ਖਤਮ ਕੈਪਟਨ ਦਾ, 111 ਦਿਨ ਚਰਨਜੀਤ ਚੰਨੀ ਦਾ ਰਾਜ, 2+ ਪੁਆਇੰਟ ਜਿਹੜੀ ਲੈ ਕੇ ਕਾਂਗਰਸ ਮੈਦਾਨ 'ਚ ਗਈ ਸੀ ਵੀ ਇੱਕ ਤੇ 111 ਦਿਨਾਂ 'ਚ ਸਾਡੇ ਚੰਨੀ ਨੇ ਕਮਾਲ ਕਰਤੀ, ਘਰ ਘਰ ਦੇ ਮਸਲੇ ਹੱਲ ਕਰਤੇ। ਦੂਸਰਾ, ਦਲਿਤ ਦਾ ਪੁੱਤ ਪਹਿਲੀ ਵਾਰੀ ਕਾਂਗਰਸ ਨੇ CM ਬਣਾਤਾ ਪੰਜਾਬ ਦਾ। ਇਹ ਕਿੰਨਾ ਕੁ ਕਾਟ ਕੀਤਾ ਪੰਜਾਬ 'ਚ? ਦੇਖੋ ਗੱਲ ਹੈ, ਪੰਜਾਬ ਦਾ ਜਿਹੜਾ ਵਿਰਸਾ ਹੈ, ਪੰਜਾਬ ਦਾ ਜਿਹੜਾ ਇੱਕ ਜਿਹਨੂੰ ਅਸੀਂ ਕਹੀਏ ਰਹਿਣ ਸਹਿਣ ਹੈ ਜਾਂ ਸੋਚ ਹੈ, ਉਹ ਇੱਕ ਸਿੱਖ ਰਿਲੀਜਨ ਤੋਂ ਕਾਫੀ ਪ੍ਰਭਾਵਿਤ ਹੈ ਜੀ। ਔਰ ਉਹ 'ਚ ਆਰਿਆ ਸਮਾਜ ਦਾ ਵੀ ਕੁਝ ਰੋਲ ਹੈਗਾ ਜਿਹਦਾ ਇਨਫਲੂਐਂਸ ਪੰਜਾਬੀ ਹਿੰਦੂਆਂ 'ਤੇ ਰਿਹਾ। ਉਹਦਾ ਮੇਨ ਮੁੱਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਧਰਮ ਨੇ, ਸਿੱਖ ਰਿਲੀਜਨ ਨੇ ਸਾਰਿਆਂ ਵੱਡੀ ਸੱਟ ਕਾਸਟ 'ਤੇ ਮਾਰੀ, ਕਮਜ਼ੋਰ ਕੀਤਾ ਕਾਸਟ ਨੂੰ, ਬਿਹੇਵੀਅਰ ਲੈਵਲ 'ਤੇ ਕੀਤਾ।
ਕੁਝ ਵੀ ਜਿਹੜਾ ਛੂਆ-ਛਾਤ ਸੀਗਾ ਉਹਨੂੰ ਖਤਮ ਕੀਤਾ ਜੀ। ਸਟਰਕਚਰ ਲੈਵਲ ਤੇ ਕਾਸਟ ਰਹੀ ਹੋਏਗੀ ਜੀ ਜੀ ਜੀ। ਉਹ ਪੰਜਾਬ ਦੀ ਰਾਜਨੀਤੀ 'ਚ ਉਹਦੇ ਹੋਣ ਕਰਕੇ ਕੀ ਹੋਇਆ ਕਿ ਈਵਨ ਮਾਇਆਵਤੀ ਜੀ BSP ਪੰਜਾਬ ਛੱਡ ਕੇ UP ਜਾਣਾ ਪਿਆ ਕਿਉਂਕਿ ਇੱਥੇ ਦਾ ਜਿਹੜਾ ਦਲਿਤ ਸੀਗਾ ਉਹ ਉਸ ਮਨੂਵਾਦ ਦੇ ਡਿਸਕੋਰਸ ਦੇ ਨਾਲ ਨਹੀਂ ਜੁੜਿਆ ਹੋਇਆ ਸੀ ਕਿਉਂਕਿ ਜੇ ਮੈਂ ਕਹਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇੱਕ ਵੱਡੀ ਕੰਟਰੀਬਿਊਸ਼ਨ ਹੈ ਸਮਾਜ ਨੂੰ ਹੈ ਕਿ ਸਮਾਜ ਨੂੰ ਉਹਨਾਂ ਨੇ ਛੂਆ-ਛਾਤ ਤੋਂ ਕੱਢਣ ਲਈ ਪੂਰਾ ਪ੍ਰੋਜੈਕਟ ਬਣਾ ਲਿਆ। ਹੁਣ ਤੁਸੀਂ ਮੈਨੂੰ ਇਹ ਸਮਝਾਉਂਦੇ ਹੋ ਵੀ ਚੰਨੀ ਫੈਕਟਰ ਜਿਹੜਾ ਹੈ ਉਹ ਛੂਆ-ਛਾਤ ਨੂੰ ਛੱਡ ਕੇ ਦਲਿਤਾਂ ਨੂੰ ਇਕੱਠਾ ਕਰ ਲਏਗਾ। ਹਰੇਕ ਪਿੰਡ 'ਚ ਅੱਜ ਵੀ ਦਲਿਤਾਂ ਦਾ ਗੁਰਦੁਆਰਾ ਵੱਖਰਾ, ਸਵਰਨ ਜਾਤੀਆਂ ਦਾ ਵੱਖਰਾ, ਮੜੀਆਂ ਵੀ ਅੱਡ-ਅੱਡ ਨੇ। ਕਿਵੇਂ ਕਹਿ ਸਕਦੇ ਨੇ ਵੀ ਸੁਧਾਰ ਹੋਇਆ ਪੰਜਾਬ? ਦੇਖੋ ਮੈਂ ਜਿਹੜੀ ਗੱਲ ਤੁਸੀਂ ਸੁਣੀ ਨਹੀਂ, ਮੈਂ 2 ਸ਼ਬਦ ਯੂਜ਼ ਕੀਤੇ ਕਿ ਬਿਹੇਵੀਅਰ ਲੈਵਲ ਤੇ ਓਕੇ ਜਿਹਨੂੰ ਅਸੀਂ ਕਹਿੰਦੇ ਆ ਵੀ ਛੂਆ-ਛਾਤ ਖਤਮ ਕੀਤਾ, ਅਨਟਚੇਬਿਲਿਟੀ। ਸਟਰਕਚਰ ਲੈਵਲ ਤੇ ਕਾਸਟ ਐਗਜ਼ਿਸਟ ਕਰਦੀ ਹੈ, ਮੈਂ ਬਾਰ-ਬਾਰ ਉਹਨੂੰ ਕੁਆਲੀਫਾਈ ਕਰ ਰਿਹਾ ਔਰ ਪਰ ਇਹ ਔਨਗੋਇੰਗ ਪ੍ਰੋਜੈਕਟ ਹੈ। ਉਹਦੇ 'ਚ ਸਿੱਖੀਜ਼ਮ ਦੀ ਬੜੀ ਵੱਡੀ ਰੋਲ ਹੈ ਕਿ ਉਹਨਾਂ ਨੇ ਇੱਕ ਛੂਆ-ਛਾਤ ਨੂੰ ਖਤਮ ਕੀਤਾ। ਉਹਦੇ ਤੋਂ ਅਗਲਾ ਜਿਹੜਾ ਪੜਾਅ ਹੈ ਉਹ ਇਹ ਵੀ ਹੈ ਕਿ ਵੀ ਜਿਹੜੀਆਂ ਦੂਜੀਆਂ ਇਨਇਕੁਐਲਿਟੀਜ਼ ਆ ਉਹਨੂੰ ਵੀ ਖਤਮ ਕੀਤੀਆਂ ਜਾਣ। ਓਕੇ ਉਹ ਵੀ ਜਿਹਨੂੰ ਅਸੀਂ ਕਹਿੰਦੇ ਆ ਵੀ ਹਿਸਟਰੀ ਦੇ ਪ੍ਰੋਸੈਸ 'ਚ ਇਹ ਔਨਗੋਇੰਗ ਕੁਝ ਪ੍ਰੋਜੈਕਟ ਹੁੰਦੇ ਨੇ, ਅੱਗੇ ਚੱਲਦੇ ਨੇ, ਪਰ ਉਹਨਾਂ 'ਚ ਜੇ ਤੁਸੀਂ ਖੜੋਤ ਲਿਆਣੀ ਚਾਹੋ, ਜੇ ਤੁਸੀਂ ਇਹ ਕਹੋ ਕਿ ਦਲਿਤ ਇੱਕ ਐਕਸਕਲੂਸਿਵ ਜਮਾਤ ਹੈ, ਉਹ ਨਹੀਂ ਹੈ। ਮੈਂ ਕਿਉਂ ਕਹਿਣਾ ਚਾਹੁੰਦਾ ਇਹ ਕਿ ਜੇ ਤੁਸੀਂ ਪਿਛਲੇ 11 ਇਲੈਕਸ਼ਨ ਦੇਖੋ ਪੰਜਾਬ 'ਚ, ਉਹਨਾਂ 11 ਇਲੈਕਸ਼ਨ 'ਚ ਜਿਹੜਾ ਦਲਿਤ ਸਮਾਜ ਹੈ ਉਹ ਹਰ ਪਾਰਟੀ 'ਚ ਰਿਪਰੈਜ਼ੈਂਟਡ ਸੀ। ਕਿਸੇ ਇੱਕ ਪਾਰਟੀ ਦਾ CM ਤੇ ਨਹੀਂ ਸੀ ਨਾ ਜੀ, ਅੱਜ ਤੱਕ CM ਤੇ ਨਹੀਂ ਹੋਇਆ ਨਾ ਜੀ। ਦੇਖੋ ਗੱਲ ਇਹ ਹੈ ਨਾ ਕਿ CM ਤਾਂ ਹਿੰਦੂ ਵੀ ਨਹੀਂ ਕਦੀ ਹੋਇਆ, ਤਾਂ ਉਹ ਤੁਸੀਂ ਹਟਾਤਾ ਕਹਿ ਕੇ ਵੀ ਹਿੰਦੂ ਨਹੀਂ ਬਣਨਾ। ਇਹ ਮੈਂ ਜਿਹੜੀ ਗੱਲ ਹੈ ਨਾ ਜਿਹਦੇ 'ਚ ਤੁਸੀਂ ਪੋਲਰਾਈਜ਼ ਕਰਦੇ ਹੋ ਲੋਕਾਂ ਨੂੰ, ਕਮਿਊਨਲਾਈਜ਼ ਕਰਦੇ ਹੋ, ਇਹ ਕਿਸਮ ਦਾ ਰੇਸਿਜ਼ਮ ਹੈ। ਜੇ ਮੈਂ ਕਹਿੰਦਾ ਪੰਜਾਬ ਦਾ ਸਿਰਫ ਸਿੱਖ ਹੀ ਹੋਣਾ ਚਾਹੀਦਾ ਹੈ ਤੇ ਸੁਨੀਲ ਜਾਖੜ ਇੱਕ ਜੈਂਟਲਮੈਨ ਉਹ ਨਹੀਂ ਬਣ ਸਕਦਾ, ਇਹ ਉਧਰ ਵੀ ਹੋਈ ਹੈ। ਪਰ ਦੁਖਾਂਤ ਨਾ ਇਹ ਤਾਂ ਚੱਲ ਰਿਹਾ ਜੀ ਸਿਆਸਤ। ਇਸੇ ਕਰਕੇ ਕਿਹਾ ਨਾ ਵੀ ਇਹ ਦੁਖਾਂਤ ਕਿਸੇ ਨੂੰ ਬਣਾ ਦੇਣਾ ਔਰ ਕਿਸੇ ਨੂੰ ਨਹੀਂ ਬਣਾ ਦੇਣਾ, ਦੋਨੋਂ ਹੀ ਦੁਖਾਂਤ ਨੇ। ਜੇ ਉਸ ਆਧਾਰ ਤੇ ਤੁਸੀਂ ਬਣਾਉਂਦੇ ਹੋ, ਜੇ ਤੁਸੀਂ ਉਹਨੂੰ ਉਸ ਆਧਾਰ ਤੇ ਬਣਾ ਰਹੇ ਹੋ ਜੀ, ਜੇ ਪਰ ਚੰਨੀ ਸਾਹਿਬ ਨੂੰ ਕੋਈ ਇਹ ਨਹੀਂ ਕਹਿ ਰਿਹਾ ਵੀ ਇਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਬੰਦਾ ਨਹੀਂ, ਮੈਂ ਪਰ ਇਹ ਕਹਿ ਰਿਹਾ ਵੀ ਦਲਿਤ ਦਾ ਪੁੱਤ ਹੈ। ਮੈਂ ਇਹ ਕਹਿ ਰਿਹਾ ਕਿ ਵੀ ਜੇ ਚੰਨੀ ਸਾਹਿਬ ਇੱਕ ਨਾਰਮਲ ਪ੍ਰੋਸੈਸ 'ਚ ਚੀਫ ਮਿਨਿਸਟਰ ਬਣਦੇ, ਵਧੀਆ ਗੱਲ ਸੀ। ਓਕੇ, ਤੁਸੀਂ ਮਤਲਬ ਉਹਨੂੰ ਕਾਰਡ ਦੀ ਤਰ੍ਹਾਂ ਯੂਜ਼ ਕਰ ਰਹੇ ਹੋ ਉਸ ਪਲੇਟਫਾਰਮ ਤੇ, ਜਿਹਨੂੰ ਅਸੀਂ ਕਹਿੰਦੇ ਆ ਕਿ ਵੀ ਉਹਨੂੰ ਇੱਕ ਤਰ੍ਹਾਂ ਦੀ ਓਪੀਅਮ ਬਣਾ ਕੇ ਲੋਕਾਂ ਦੇ ਦੇ ਰਹੇ ਹੋ ਕਿ ਵੀ ਤੁਸੀਂ ਇਹਨੂੰ ਦੇਖ ਕੇ ਤੇ ਸਾਨੂੰ ਵੋਟ ਪਾ ਦਿਓ। ਮੈਂ ਉਹਨੂੰ ਦਲਗਤ ਰਾਜਨੀਤੀ ਔਰ ਪਿਛਾਂ ਖਿੱਚੂ ਰਾਜਨੀਤੀ ਸਮਝਦਾ। ਮੈਂ ਕੋਈ ਚੰਨੀ ਜੀ ਤੇ ਕਮੈਂਟ ਨਹੀਂ ਦੇ ਰਿਹਾ, ਉਹ ਕੰਪੀਟੈਂਟ ਵੀ ਹੋਣਗੇ, ਨਹੀਂ ਉਹ ਸਮਝ ਰਹੇ ਤੁਸੀਂ ਜਨਰਲ ਗੱਲ ਕਰ ਵਧੀਆ ਹੋ ਰਹੇ ਹੈਗੇ ਹੋਣਗੇ, ਪਰ ਉਹ ਫੈਕਟਰ ਜਿਹੜਾ ਹੈ ਉਹਨੂੰ ਫੈਕਟਰ ਬਣਾਤਾ। ਦਲਿਤ ਨੂੰ ਇੱਕ ਮਾਰਕੀਟ 'ਚ ਟ੍ਰੇਡ ਕਰਨ ਲਈ ਬਣਾ ਰਿਹਾ, ਉਹਨੂੰ ਇੱਕ ਐਕਸਕਲੂਸਿਵ ਕੈਟੇਗਰੀ ਬਣਾਉਣ ਦੀ ਕੋਸ਼ਿਸ਼ ਕਰ ਲਈ, ਵੋਟ ਬੈਂਕ ਦਿਖਾ ਰਹੇ, ਵੋਟ ਬੈਂਕ। ਉਹਦੇ 'ਚ ਫਿਰ ਤੁਸੀਂ ਫਰਦਰ ਕਰ ਲਿਆ ਕਿ ਰਵਿਦਾਸੀਏ ਸਮਾਜ, ਫਿਰ ਉਹਦੇ 'ਚ ਮਜ਼੍ਹਬੀ ਆ ਗਏ, ਵਾਲਮੀਕੀ ਸਮਾਜ ਆ ਗਿਆ, ਸਾਰੇ ਆ ਗਏ, ਉਹਨਾਂ ਨੂੰ ਉਹ ਆਪੇ ਅਲੱਗ-ਅਲੱਗ ਹੋ ਗਏ, ਤੁਸੀਂ ਫਿਰ ਉਹਨਾਂ ਨੂੰ ਡਿਵਾਈਡ ਕਰਤਾ। ਮੈਂ ਇਸ ਰਾਜਨੀਤੀ ਨੂੰ ਚੰਗਾ ਨਹੀਂ ਸਮਝਦਾ, ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਰਾਜਨੀਤੀ ਹੋਈ। ਕੋਈ ਵੀ ਨਹੀਂ ਸਮਝਦਾ ਹੋਊਗਾ, ਜਿਹੜਾ ਮਾੜਾ ਮੋਟਾ ਸਮਝ ਰੱਖਦਾ ਹੋਊਗਾ। ਮੇਰਾ ਵੱਲੋਂ ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਕਾਂਗਰਸ ਕੈਸ਼ ਕਰਨ 'ਚ ਕਾਮਯਾਬ ਹੋਈ, ਵੋਟ ਬਿਲਕੁਲ ਨਹੀਂ, ਨੁਕਸਾਨ ਹੋਇਆ ਕਿਉਂਕਿ ਇਹਦਾ ਜਿਹੜਾ ਹੈਗਾ ਸਾਈਕੋਲੋਜੀਕਲ ਸਪਿਨ ਆਫ ਤਾਂ ਜ਼ਰੂਰ ਮਿਲਿਆ ਹੋਏਗਾ ਦਲਿਤ ਸਮਾਜ ਨੂੰ, ਪਰ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਹੈ ਉਹ ਦਲਿਤ ਸਮਾਜ ਵੀ ਆਪਣੇ ਜਿਹੜੇ ਨਾਲ ਉਹਦੀਆਂ ਰਿਵਾਇਤਾਂ ਨੇ ਜਾਂ ਜਿਹੜੀ ਪਾਰਟੀ ਨਾਲ ਜੁੜਿਆ ਹੋਇਆ ਹੈ, ਜਿਹੜੀ ਉਧਰ ਹੀ ਗਿਆ। ਜੇ ਰਾਹੁਲ ਗਾਂਧੀ ਨਵਜੋਤ ਸਿੱਧੂ ਨੂੰ CM ਦਾ ਚਿਹਰਾ ਐਲਾਨ ਦਿੰਦਾ ਤੇ ਉਹ ਬੈਟਰ ਹੋਣਾ ਸੀ? ਨਹੀਂ, ਬਿਲਕੁਲ ਨਹੀਂ ਬੈਟਰ ਹੋਣਾ ਸੀ। ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿ ਰਿਹਾ ਕਿ ਜੇ ਕਲੈਕਟਿਵ ਲੀਡਰਸ਼ਿਪ ਦਾ ਜਿਹੜਾ ਕਨਸੈਪਟ ਹੁੰਦਾ, ਚਿਹਰਿਆਂ ਦੀ ਅਨਾਉਂਸਮੈਂਟ, ਚਿਹਰੇ ਨੂੰ ਕਿਹੜੀ ਤੁਸੀਂ ਕਰੀਮ ਲਾ ਕੇ ਲੋਕਾਂ ਅੱਗੇ ਪ੍ਰੈਜ਼ੈਂਟ ਕਰਨਾ ਹੈ, ਇਹ ਸੁਪਰਫੀਸ਼ੀਅਲ ਰਾਜਨੀਤੀ ਤੋਂ ਜੇ ਉੱਠ ਜਾਂਦੇ ਤੇ ਸ਼ਾਇਦ ਬੈਟਰ ਹੁੰਦਾ। ਜਿਵੇਂ ਇਹਨਾਂ ਨੇ ਕਿਹਾ ਸੀ ਵੀ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਲੈ ਕੇ ਆ ਰਹੇ ਹਾਂ, ਤੁਹਾਡਾ ਵੱਲੋਂ ਬੈਸਟ ਸੀ। ਹਾਂ, ਜਿਹਦੇ 'ਚ ਇਹਨਾਂ ਨੇ ਕਿਹਾ ਵੀ ਅਸੀਂ ਜਾਖੜ ਸਾਹਿਬ ਨੂੰ ਤੇ ਚੰਨੀ ਸਾਹਿਬ ਨੂੰ ਤੇ ਸਿੱਧੂ ਤਿੰਨਾਂ ਦੀ ਇੱਕ ਕਲੈਕਟਿਵ ਲੀਡਰਸ਼ਿਪ ਪੰਜਾਬ 'ਚ ਲੈ ਕੇ ਜਾਂਦੇ, ਤੇ ਮੈਂ ਸਮਝਦਾ ਉਹਦੇ 'ਚ ਪੰਜਾਬ ਦਾ ਜਿਹੜਾ ਮਲਟੀਕਲਚਰ ਇਥੋਸ ਹੈ, ਪੰਜਾਬ ਇਹ ਕਾਸਟ ਰਿਲੀਜਨ ਦੀ ਕੈਟੇਗਰੀ 'ਚ ਨਹੀਂ ਵੰਡਿਆ ਹੋਇਆ, ਇੱਕ ਛੋਟਾ ਸੈਕਸ਼ਨ ਹੀ ਉਧਰ ਹੈਗਾ, ਜਦਕਿ ਬਾਕੀ ਸਟੇਟਾਂ ਦੇ ਵਿੱਚ ਉਹ ਕੈਟੇਗਰੀ ਹੈਗੀਆਂ, ਸਾਡੇ ਪੰਜਾਬ 'ਚ ਨਹੀਂ ਹੈ। ਕਿਉਂਕਿ ਮੈਂ ਤੁਹਾਨੂੰ ਇਸੇ ਕਰਕੇ ਪੰਜਾਬ ਦੇ ਵਿਰਸੇ ਦਾ ਅਹਿਸਾਸ ਕਰਾਇਆ ਸੀ ਕਿ ਪੰਜਾਬ ਦਾ ਵਿਰਸਾ ਵੀ ਜੇ ਉੱਥੇ ਹਰਿਮੰਦਰ ਸਾਹਿਬ 'ਚ ਜਿਹੜਾ ਉੱਥੇ ਦੁਖਾਂਤ ਹੋਇਆ, ਜਿੱਥੇ ਗਿਰਾਇਆ ਵੀ ਗਿਆ, ਸਾਰਾ ਕੀਤਾ ਗਿਆ, ਤੇ ਦੰਗੇ ਤਾਂ ਨਹੀਂ ਪੰਜਾਬ 'ਚ ਹੋਏ, ਪੰਜਾਬੀ ਹਿੰਦੂ ਤੇ ਉਹਦੇ ਨਹੀਂ ਹੋਏ ਦੰਗੇ, ਸਾਡਾ ਇਹ ਵਿਰਸਾ ਹੈ, ਅਸੀਂ ਉਹ ਤਾਂ ਵੰਡੇ ਨਹੀਂ ਹੋਏ। ਇਹਦਾ ਮਤਲਬ ਵੀ ਰਾਹੁਲ ਗਾਂਧੀ ਉਹਨਾਂ ਕਿਤੇ ਗਲਤੀ ਕਰ ਲਈ। ਇੱਕ ਤੁਸੀਂ ਕਿਹਾ ਵੀ ਜੁਆਇੰਟ ਚਿਹਰੇ ਨਾਲ ਬੈਟਰ ਉਹਨਾਂ ਨੂੰ ਥੋੜਾ ਫਾਇਦਾ ਹੋਣਾ ਹੈ, ਦੂਜਾ ਸੁਨੀਲ ਜਾਖੜ ਹੋਣੀ ਤੇ ਨਵਜੋਤ ਸਿੱਧੂ ਹੋਣੀ ਵੀ ਨਾਰਾਜ਼ ਨਾ ਹੁੰਦੇ।
ਦੇਖੋ ਇਹ ਤਾਂ ਇੰਡੀਵਿਜੂਅਲ ਰਾਜਨੀਤੀ ਹੈ ਨਾ, ਕਿਹੜਾ ਨਾਰਾਜ਼ ਨਹੀਂ ਹੋਇਆ। ਮੈਂ ਤਾਂ ਇੱਕ ਇਹ ਗੱਲ ਕਹਿਣਾ ਚਾਹ ਰਿਹਾ ਕਿ ਜਿਵੇਂ ਪੰਜਾਬ ਦਾ ਹਿੰਦੂ ਵੀ ਹੈ, ਉਹਨੂੰ ਹਿੰਦੂਤਵ ਨਾਲ ਜੋੜ ਲੈਣਾ ਉਹ ਵੀ ਗਲਤ ਹੈ। ਜੇ ਬੀਜੇਪੀ ਇਹ ਕੋਸ਼ਿਸ਼, ਤਾਂ ਕੋਈ ਪੰਜਾਬ ਦਾ ਹਿੰਦੂ ਤਾਂ ਰਾਮ ਜਨਮ ਭੂਮੀ ਵੱਲ ਵੀ ਨਹੀਂ ਗਿਆ ਕੋਈ ਜੱਥਾ, ਕਦੀ ਮੈਂ ਤਾਂ ਨਹੀਂ ਜਾਂਦਾ ਸੁਣਿਆ। ਕਿਉਂਕਿ ਪੰਜਾਬੀ ਹਿੰਦੂ ਵੀ ਆਪਣੇ ਆਪ 'ਚ ਇੱਕ ਰੀਜਨਲ ਹਿੰਦੂ ਅਲੱਗ ਤਰ੍ਹਾਂ ਦਾ, ਜਿਹੜਾ ਮੈਂ ਕਈ ਵਾਰ ਇਹ ਕੀਤਾ ਯੂਜ਼, ਪਰ ਜੇ ਮੈਂ ਲੂਜ਼ਲੀ ਇਹ ਕਹਿਦਾ ਕਿ 50% ਉਹ ਸਿੱਖ ਹੈ, 25% ਸਨਾਤਨੀ ਹੈ ਔਰ 25% ਆਰਿਆ ਸਮਾਜੀ ਹੈ। ਅਜੀਬ ਹੀ ਐਂਟੀਟੀ ਹੈ ਜਿਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਹਿੰਦੂ ਉੱਦਾਂ ਹੀ ਹੈ ਜਿਵੇਂ ਯੂਪੀ ਵਰਗਾ। ਇਹ ਪੰਜਾਬੀ ਹਿੰਦੂ ਵੀ ਇੱਦਾਂ ਹੀ, ਪੰਜਾਬੀ ਦਲਿਤ ਇੱਦਾਂ ਹੀ, ਪੰਜਾਬੀ ਸਿੱਖ ਵੀ। ਤੁਸੀਂ ਦੇਖੋ ਇਹ ਬੜਾ ਇੱਕ ਇੰਟਰਸਟਿੰਗ ਵਿਰਸਾ ਹੈ ਪੰਜਾਬ ਤਾਂ। ਉਹ ਹਮੇਸ਼ਾ ਅਲੱਗ ਤਰ੍ਹਾਂ ਦੇ ਨਾਲ ਇਲੈਕਸ਼ਨ 'ਚ ਨਿਕਲ ਕੇ ਆਉਂਦਾ ਹੈ, ਰਾਜਨੀਤੀ 'ਚ ਨਿਕਲ ਕੇ ਆਉਂਦਾ ਹੈ, ਔਰ ਕੁਛ ਇਹ ਸਾਡੀਆਂ ਪ੍ਰਾਪਤੀਆਂ ਨੇ। ਡਾਕਟਰ ਥੋੜ੍ਹਾ ਅੱਗੇ ਵਧੀਏ, ਆਪਾਂ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਵੀ ਚਰਨਜੀਤ ਚੰਨੀ ਹੁਣਾਂ ਦੇ ਦਿਲ ਜਿਹੜੇ ਨਾਲ ਜੋੜ ਕੇ ਦੇਖੀਏ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ, ਇੱਕ ਤੇ ਬੀਜੇਪੀ ਦਾ ਖੱਪਾ ਭਰਨਾ ਸੀ ਕਿਉਂਕਿ ਉਹਦੇ ਨਾਲ ਨਾਤਾ ਟੁੱਟ ਗਿਆ ਸੀ, ਉਦੋਂ ਵੀ ਫਿਰ ਅਕਾਲੀ ਦਲ ਨੇ ਉਹ ਦਲਿਤ ਕਾਰਡ ਖੇਡਣ ਲਈ ਗੱਠਜੋੜ ਕੀਤਾ। ਤੇ ਲੱਗਦਾ ਨਹੀਂ ਵੀ ਚੰਨੀ ਹੁਣਾਂ ਨੂੰ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਨੇ ਕਾਫੀ ਉਹਨੂੰ ਡੈਂਟ ਪਾਇਆ ਜਿਹੜਾ ਉਹ ਕ੍ਰੈਡਿਟ ਮਿਲਣਾ ਸੀ। ਦੇਖੋ ਗੱਲ ਹੈ ਵੀ ਜਿਹੜਾ ਅਕਾਲੀ ਜਿਹੜੀਆਂ ਅਲਾਇੰਸਿਸ ਹੋਈਆਂ ਨੇ, ਅਕਾਲੀ BSP ਅਲਾਇੰਸ ਸਾਰਿਆਂ ਨਾਲ ਪਹਿਲੇ ਹੋਈ 1996 'ਚ, ਔਰ ਪਹਿਲੀ ਵਾਰ ਕਾਸ਼ੀ ਰਾਮ ਜੀ ਪੰਜਾਬ ਤੋਂ ਇਲੈਕਸ਼ਨ ਜਿੱਤੇ ਜੀ। ਉਸ ਤੋਂ ਪਹਿਲੇ ਮਾਇਆਵਤੀ ਜੀ ਵੀ ਹਾਰੀ ਇਲੈਕਸ਼ਨ ਪੰਜਾਬ ਤੋਂ, ਔਰ ਉਹ ਗੱਠਜੋੜ 'ਚ ਮੈਕਸੀਮਮ ਸੀਟਾਂ ਪਾਰਲੀਮੈਂਟ ਦੀਆਂ ਇਹ ਦੋਨੋਂ ਕੰਬੀਨੇਸ਼ਨ ਨੇ ਜਿੱਤੀਆਂ। ਔਰ ਇਹ ਜਿਹੜੀ ਦੋਨੋਂ ਪਾਰਟੀਆਂ ਦਾ ਇੱਕ ਅਲਾਇੰਸ ਹੈ, ਕਿਉਂਕਿ ਇਹ ਨਹੀਂ ਹੈ ਕਿ ਦੇਖੋ ਇਹ 'ਚ ਬੜਾ ਇੰਟਰਸਟਿੰਗ ਹੈ ਕਿ ਅਗਰ BSP ਦੀ ਵੋਟ ਸ਼ੇਅਰ ਵੀ ਦੇਖੋ, ਉਹ ਵੀ 6-7-8% ਇਹਦੇ ਆਸ-ਪਾਸ, 4% ਇਹਦੇ ਆਸ-ਪਾਸ ਘੁੰਮਦੀ ਹੈ, ਜਦ ਕਿ ਦਲਿਤ ਸਮਾਜ 32% ਹੈ। ਭਲੇ ਵਕਤਾਂ ਦੀ ਗੱਲ ਕਰ ਰਹੇ ਹਾਂ, ਜਾਂ ਉਦੋਂ 26-28% ਹੋਣੀ ਹੈ, ਫਿਰ ਵੀ ਸਾਰਾ ਦਲਿਤ ਸਮਾਜ ਇੱਕ ਪਾਰਟੀ ਨਾਲ ਨਹੀਂ ਲੱਗਿਆ। ਇਹ ਸਭ ਨੂੰ ਪਤਾ ਹੈ। ਸੋ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਦਲਿਤ ਦੀ ਖਾਲੀ ਰਾਜਨੀਤੀ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਔਰ ਫਾਇਦੇਮੰਦ ਨਹੀਂ ਹੁੰਦੀ। ਇਹ ਉਸ ਵੇਲੇ ਦਾ ਹੈ। ਇੱਦਾਂ ਹੀ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਵੀ ਇਹ ਉਦੋਂ ਬਣਿਆ ਸੀ, ਔਰ ਉਸ ਤੋਂ ਬਾਅਦ 1997 'ਚ ਮੋਗਾ ਡੈਕਲੇਰੇਸ਼ਨ ਆਉਂਦੀ ਹੈ, ਜਿਹਦੇ 'ਚ ਫਿਰ BJP ਤੇ ਇਹਨਾਂ ਦਾ ਅਲਾਇੰਸ ਹੁੰਦਾ, ਔਰ ਉਹ ਹੁਣ ਅਲਾਇੰਸ ਉਸ ਤੋਂ ਬਾਅਦ ਟੁੱਟਿਆ। ਸੋ ਅਕਾਲੀ BSP ਅਲਾਇੰਸ ਜਿਹੜਾ ਹੈਗਾ ਇਹ ਪ੍ਰੀ ਪੋਲ ਅਲਾਇੰਸ ਹੈ, ਇਹ ਕੋਈ ਪੋਸਟ ਪੋਲ ਅਲਾਇੰਸ ਨਹੀਂ ਹੈ ਕਿ ਆਪਣੇ ਸਪੋਰਟ ਬੇਸ ਨੂੰ ਅਲੱਗ-ਅਲੱਗ ਮੋਬਿਲਾਈਜ਼ ਕਰਕੇ ਫਿਰ ਇਕੱਠੇ ਹੋ ਜਾਓ। ਤੁਸੀਂ ਜਦੋਂ ਇਹ ਆਉਂਦੇ, ਇਹ ਇੱਕ ਭਾਈਚਾਰੇ ਦਾ ਅਲਾਇੰਸ ਬਣ ਜਾਂਦਾ ਹੈ ਵੀ ਤੁਸੀਂ ਉਹਦੇ 'ਚ ਇਕੱਠੇ ਹੋ ਕੇ ਵੋਟਾਂ ਮੰਗਣ ਜਾ ਰਹੇ ਹੋ ਇੱਕ ਏਜੰਡਾ ਲੈ ਕੇ। ਇਸ ਤਰ੍ਹਾਂ ਹੀ ਜਿਹੜੀ ਅਲਾਇੰਸ, ਤੁਸੀਂ ਦੇਖੋ, ਤੁਸੀਂ ਕਈ ਕੁਛ ਦੇਖਿਆ, ਕਈ ਐਨਾਲਿਸਿਸ ਕੀਤੇ, ਤੁਸੀਂ ਜਿਹੜੀ ਤੁਹਾਡੀ ਸੋਚ ਹੈ, ਜਿਹੜਾ ਪਿੰਡਾਂ 'ਚ ਵਿਹੜਿਆਂ 'ਚ ਦਲਿਤ ਭਾਈਚਾਰਾ ਰਹਿੰਦਾ, ਨਪੀੜਿਆ ਜਿਹਨੇ ਦਿਹਾੜੀ ਲਾਉਣੀ, ਦਿਨੇ ਕਮਾਉਣਾ, ਰਾਤੀ ਖਾਣਾ, ਅਗਲੇ ਦਿਨ ਫਿਰ ਤੁਰ ਪੈਣਾ, ਉਹ ਇੱਦਾਂ ਦੀ ਸੋਚ ਤੇ ਉਹਨੂੰ ਕਿਤੇ ਨਾ ਕਿਤੇ ਤਾਂ ਲੱਗਦਾ ਯਾਰ ਦੇਖੋ ਅਕਾਲੀ ਦਲ ਨੇ ਸਾਡੇ ਜਸਵੀਰ ਗੜੀ ਨੂੰ ਨਾਲ ਜੋੜਿਆ, ਕਹਿੰਦੇ ਇਹਨੂੰ ਡਿਪਟੀ CM ਬਣਾਵਾਂਗੇ, ਜਾਂ ਕਾਂਗਰਸ ਨੇ ਕਿਹਾ ਵੀ ਸਾਡੇ ਚੰਨੀ ਨੂੰ CM ਬਣਾਵਾਂਗੇ, ਕਿਤੇ ਨਾ ਕਿਤੇ ਉਹਦਾ ਅਸਰ ਤੇ ਹੁੰਦਾ ਹੋਊਗਾ। ਦੇਖੋ ਅਸਰ ਹੁੰਦਾ ਤੇ ਪਾਰਟੀਆਂ ਕਰਦੀਆਂ ਨੇ, ਨਹੀਂ ਤੇ ਨਾ ਕਰਨ ਜੀ। ਤੇ ਇਹਨੂੰ ਹੀ ਅਸੀਂ ਓਪਰਚੁਨਿਸਟ ਰਾਜਨੀਤੀ ਕਹਿੰਦੇ ਆ, ਪ੍ਰਿੰਸੀਪਲ ਦੀ ਰਾਜਨੀਤੀ ਤੋਂ ਆਪਾਂ ਸ਼ੁਰੂ ਕੀਤਾ। ਮੌਕਾ ਪ੍ਰਸਤੀ ਹੋ ਗਈ ਨਾ ਜੀ, ਕਿਹਦੀ ਆਈਡੀਓਲੋਜੀ ਹੈ? ਨਹੀਂ, ਅੱਜ BJP ਦਾ, ਕੱਲ ਕਾਂਗਰਸ ਦਾ, ਪਰਸੋਂ ਅਕਾਲੀ ਦਲ ਦਾ ਹੈ ਜੀ ਕਿਤੇ। ਮੈਂ ਇਸੇ ਕਰਕੇ 3 ਗੱਲਾਂ ਪਹਿਲੇ ਕਹਿ ਚੁੱਕਿਆ ਹਰ ਇੰਟਰਵਿਊ 'ਚ ਕਿ ਇਹ ਇੱਕ ਧਰਮਸ਼ਾਲਾ ਬਣ ਗਈਆਂ ਪੋਲੀਟੀਕਲ ਪਾਰਟੀਆਂ ਜਿਹਦੇ ਦਰਵਾਜ਼ੇ ਹੈ ਨਹੀਂ, ਬਾਈ ਇਧਰੋਂ ਆਓ ਤੇ ਉਧਰ ਲੰਘ ਜਾਓ, ਮਤਲਬ ਬਾਰ-ਬਾਰ ਖੋਲਣ ਦੀ ਲੋੜ ਹੀ ਨਾ ਪਵੇ ਦਰਵਾਜ਼ਾ। ਹਾਂ, ਦੂਜੀ ਗੱਲ ਮੈਂ ਇਹ ਕਹਿ ਚੁੱਕਿਆ ਕਿ ਪਹਿਲੇ ਗੱਲ ਹੁੰਦੀ ਸੀ ਧਰਮ ਦੀ ਜਿੱਤ ਜੀ, ਹੁਣ ਕਹਿੰਦੇ ਜੀਤ ਹੀ ਧਰਮ ਹੈ, ਜਿੱਤੀ ਵਿਨੇਬਿਲਿਟੀ। ਮੈਂ ਇਹ ਤਾਂ ਜਿਹੜੀਆਂ ਨਾ ਬਾਉਂਡਰੀ ਕੰਡੀਸ਼ਨ ਜਿਹੜੀਆਂ ਨੇ ਸਾਰੀਆਂ ਤੋੜਤੀਆਂ ਗਈਆਂ ਵੀ ਇੱਕ ਰਾਤ ਇੱਧਰ ਦੂਜੀ ਰਾਤ ਉੱਧਰ, ਤੇ ਵਿਨੇਬਿਲਿਟੀ ਚਾਹੇ ਤੁਸੀਂ ਕੰਮ ਕੀਤਾ ਨਹੀਂ ਕੀਤਾ, ਕੁਛ ਵੀ ਕੀਤਾ, ਜੇ ਇਲੈਕਸ਼ਨ ਜਿੱਤ ਸਕਦੇ ਹੋ ਤੇ ਆ ਜਾਓ। ਸੋ ਮੈਂ ਇਹ ਤੁਹਾਨੂੰ ਕਹਿ ਰਿਹਾ, ਇਹ ਇਸੇ ਕਰਕੇ ਆਈਡੀਓਲੋਜੀ ਖਤਮ ਹੋ ਗਈ, ਟਿਕਟੂ ਆ ਗਏ, ਟਿਕਟੂ। ਇਸੇ ਕਰਕੇ 30 ਸਾਲ ਦੇ ਮੈਂ ਆਪਣੇ ਤਜਰਬੇ ਤੋਂ ਬਾਅਦ ਮੈਂ ਪਹਿਲੀ ਵਾਰ ਇਹ ਇਲੈਕਸ਼ਨ ਦੇਖਿਆ ਜਿਹਦੇ 'ਚ ਕੋਈ ਬਾਉਂਡਰੀਜ਼ ਨਹੀਂ ਹੈ, ਕਿਤੇ ਕੋਈ ਕੰਡੀਸ਼ਨ ਨਹੀਂ, ਜਿਹਦੇ 'ਚ ਕੋਈ ਆਈਡੀਓਲੋਜੀ ਨਹੀਂ, ਅਪਰਚੁਨਿਜ਼ਮ ਹੈ। ਤੇ ਇਸ ਕਰਕੇ ਜਦੋਂ ਤੁਸੀਂ ਮੈਨੂੰ ਇਹ ਸਵਾਲ ਪੁੱਛਦੇ ਹੋ ਵਾਰ-ਵਾਰ ਵੀ ਅਪਰਚੁਨਿਸਟ ਹੈ ਕਿ ਨਹੀਂ, ਇਹ ਤਾਂ ਸ਼ੁਰੂਆਤ ਹੀ ਇੱਥੋਂ ਹੈ। ਇਸ ਕਰਕੇ ਮੈਨੂੰ ਇਹ ਸਵਾਲ ਨਾ ਹੀ ਪੁੱਛੋ, ਕਿਉਂਕਿ ਲੋਕਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਜਿਹੜੀ, ਇਸੇ ਕਰਕੇ ਜਿਹੜੇ ਚਿਹਰੇ ਬਦਲਣ ਦੇ ਨਾਲ ਰਾਜਨੀਤੀ ਕਰਨੀ ਇਹ ਨਹੀਂ ਚੱਲਦੀ। ਹੁਣ ਤੁਸੀਂ ਚਿਹਰੇ ਬਦਲ ਕੇ ਲੋਕੀ ਜਿਹੜੇ ਤਈਓ 117 ਇਲੈਕਸ਼ਨ ਹੋ ਰਹੇ ਨੇ ਨਾ, ਇੱਕ ਇਲੈਕਸ਼ਨ ਨਹੀਂ ਹੈ। ਇੱਕ ਇਲੈਕਸ਼ਨ ਹੁੰਦਾ ਤਦ ਜਿਹਦੇ 'ਚ ਮੁੱਦੇ ਹੁੰਦੇ ਆ, ਆਈਡੀਓਲੋਜੀ ਹੁੰਦੀ ਹੈ, ਹਰ ਪਾਰਟੀ ਦੀ ਇੱਕ ਸੋਚ ਅੱਗੇ ਆਉਂਦੀ ਹੈ, ਲੋਕ ਫਿਰ ਪਾਰਟੀ ਦੇਖ ਕੇ। ਇਸ ਵੇਲੇ ਲੋਕ ਸਿਰਫ, ਇਹ ਬਹੁਤ ਵੱਡੀ ਗੱਲ ਹੈ ਵੀ ਇੱਕ ਇਲੈਕਸ਼ਨ ਨਹੀਂ 117 ਇਲੈਕਸ਼ਨ, ਔਰ ਇਸੇ ਕਰਕੇ ਬੰਦੇ ਇੱਕ ਕੈਂਡੀਡੇਟ ਨੂੰ ਵੋਟ ਪਾ ਰਹੇ ਨੇ ਨਾ ਕਿ, ਤੇ ਇਸੇ ਕਰਕੇ ਹਰ ਕਨਸਟੀਚੁਐਂਸੀ ਦੀ ਅਲੱਗ ਕਹਾਣੀ ਹੈ। ਤਾਂ ਤੁਸੀਂ ਜੇ ਕੋਈ ਚੰਗਾ ਲਿਟਰੇਚਰ ਦਾ ਬੰਦਾ ਹੋਵੇ 117 ਕਹਾਣੀਆਂ ਲਿਖ ਸਕਦਾ ਵਧੀਆ, ਕਿ ਹਰ ਕਨਸਟੀਚੁਐਂਸੀ ਦੀ ਕਹਾਣੀ ਕੀ ਸੀ, ਤੇ ਉਹ ਕਹਾਣੀ ਹੈਗੀ ਹੈ। ਇਸ ਕਰਕੇ ਇਸੇ ਕਰਕੇ ਕਿਆਸ ਲਗਾਉਣਾ ਵੀ ਬੜਾ ਔਖਾ ਹੈ ਵੀ ਕਿਹੜਾ ਜਿੱਤੇਗਾ। ਉਹ ਜੇ ਗੱਲ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਘੱਟ ਹੋਈ,
ਔਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਆਪਣੇ ਕੈਂਡੀਡੇਟ ਬਹੁਤ ਚਿਰ ਪਹਿਲਾਂ ਐਲਾਨ ਤੇ ਹੀ, ਲੱਗਦਾ ਨਹੀਂ ਕਿਤੇ ਉਹ ਗੇਨ ਕਰਨਗੇ ਇਸ ਗੱਲ ਨੂੰ? ਦੇਖੋ ਗੱਲ ਪਤਾ ਕੀ ਹੈ, ਹਰ ਪਾਰਟੀ ਦੇ ਆਪਣੇ ਆਪਣੇ ਤਰੀਕੇ ਨਾਲ ਰਾਜਨੀਤੀ 'ਚ ਗੇਨ ਕਰਨ ਦੀ ਕੋਸ਼ਿਸ਼ ਕੀਤੀ। ਹੁਣ 4 ਫੈਕਟਰ ਨੇ, ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੇ ਅਕਾਲੀ ਦਲ ਦਾ ਫੈਕਟਰ ਇਹ ਸੀ ਕਿ ਵੀ ਉਹ ਸਟੇਬਲ ਲੱਗੇ, ਸਟੇਬਲ ਪਾਰਟੀ ਸੀ, ਉਹਨਾਂ ਨੇ ਆਪਣੇ ਕੈਂਡੀਡੇਟ ਪਹਿਲੇ ਕਰ ਲਏ ਤੇ ਬਗਾਵਤ ਵੀ ਨਹੀਂ ਹੋਈ, ਠੀਕ ਹੋ ਗਿਆ। ਇੱਦਾਂ ਹੀ ਜਿਹੜਾ ਕਾਂਗਰਸ ਨੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕੀਤੀ ਚੰਨੀ ਫੈਕਟਰ ਤੋਂ, ਬਿਲਕੁਲ ਕੋਸ਼ਿਸ਼ ਉਹਨਾਂ ਨੇ ਵੀ ਕੀਤੀ, ਤਾਂ ਹੀ ਤੁਸੀਂ ਮੈਨੂੰ ਸਵਾਲ ਪੁੱਛਿਆ। ਔਰ ਜਿਹੜੀ ਆਮ ਆਦਮੀ ਪਾਰਟੀ ਸੀ ਉਹਨੇ ਕਿਹਾ ਰਵਾਇਤੀ ਪਾਰਟੀਆਂ ਤੋਂ ਸਾਨੂੰ ਅਲੱਗ ਕਰੋ, ਪਰ ਰਵਾਇਤਾਂ ਉਹੀ ਰੱਖਾਂਗੇ, ਉਹ ਵੀ ਗੱਲ ਹੋਈ। ਤੇ ਇਹ ਸਾਰੀ ਪਾਰਟੀਆਂ ਨੇ ਆਪਣੇ ਜਿਹੜੇ ਇਹ ਮੋਹਰੇ ਪੋਸਚਰ ਰੱਖ ਕੇ ਜਿੱਤਣ ਦੀ ਕੋਸ਼ਿਸ਼ ਕੀਤੀ ਇਲੈਕਸ਼ਨ 'ਚ। ਔਰ ਇਸੇ ਕਰਕੇ ਮੈਨੂੰ ਜੋ ਲੱਗਦਾ ਹੈ ਕਿ ਜਿਹੜੀ ਜਿਵੇਂ ਹੁਣ ਜਿਹੜੀ ਅਲਾਇੰਸ ਬੀਜੇਪੀ ਦੀ ਜੀ ਕੈਪਟਨ ਸਾਹਿਬ ਨਾਲ ਹੋਈ ਜਾਂ ਢੀਂਡਸਾ ਸਾਹਿਬ ਨਾਲ ਹੋਈ, ਬੜੀ ਇੰਟਰਸਟਿੰਗ ਅਲਾਇੰਸ ਹੈ। ਇੱਕ ਤਾਂ ਉਹਨਾਂ ਨੂੰ ਸਮਾਂ ਵੀ ਘੱਟ ਮਿਲਿਆ, ਦੂਜੀ ਗੱਲ ਕਿ ਇੱਕ ਪਾਰਟੀ 10 ਸਾਲ ਰਾਜ ਕਰਦੀ ਰਹੀ ਬੀਜੇਪੀ ਅਕਾਲੀ ਦਲ ਨਾਲ, ਉਹਦੇ ਢੀਂਡਸਾ ਦਾ ਵੀ ਹਿੱਸਾ ਸੀ ਉਸ ਪਾਰਟੀ ਦਾ ਇਲੈਕਸ਼ਨ ਦਾ, ਤੇ ਉਹਦੀ ਐਂਟੀ ਇਨਕੰਬੈਂਸੀ ਦਾ ਤਾਂ ਸਫ਼ਰ ਕਰ ਰਹੇ ਨੇ, ਪਰ ਉਹਦੀ ਜਿਹੜੀ ਇਨਕੰਬੈਂਸੀ ਚੰਗੇ ਕੰਮ ਉਹਨੂੰ ਕਲੇਮ ਨਹੀਂ ਕਰ ਪਾ ਰਹੇ। ਦੂਜੇ ਪਾਸੇ ਕੈਪਟਨ ਸਾਹਿਬ, ਉਹ ਉਸ ਤੋਂ 5 ਸਾਲ ਉਹਨਾਂ ਨੇ ਰਾਜ ਕੀਤਾ, ਤਾਂ ਦੋ ਬੰਦੇ ਮਿਲ ਗਏ ਆਪਸ 'ਚ 15 ਸਾਲ ਦੀ ਐਂਟੀ ਇਨਕੰਬੈਂਸੀ ਲੈ ਕੇ। ਬਿਲਕੁਲ ਠੀਕ। ਸੋ ਫਿਰ ਕਹਿ ਰਹੇ ਮੈਂ ਇੰਟਰਸਟਿੰਗ ਦੱਸਣ ਫਿਰ ਉਹ ਲੱਗਾ, ਕਹਿੰਦੇ ਅਸੀਂ ਇਲੈਕਸ਼ਨ ਜਿੱਤਣਾ। ਪ੍ਰੈਸ ਕਾਨਫਰੰਸ ਸਾਂਝੀ ਸੀ, ਗਜਿੰਦਰ ਹੋਣੀ ਸਾਰੇ ਸੀ, ਸ਼ਿਖਾਵਤ ਸਾਹਿਬ, ਕੈਪਟਨ ਸਾਹਿਬ, ਤੇ ਭਾਜਪਾ ਦਾ ਲੀਡਰ ਜਦੋਂ ਬੋਲਦਾ ਸੀ ਉਹ ਕਹਿੰਦਾ ਸੀ ਵੀ ਜਿਹੜਾ ਕਾਂਗਰਸ ਦਾ ਰਾਜ 5 ਸਾਲ ਦਾ ਹੈ ਉਹਦੇ 'ਚ ਇਹ ਗਿਰਾਵਟ ਆਈ, ਸਿਹਤ ਦਾ ਬੁਰਾ ਹਾਲ, ਸਿੱਖਿਆ ਦਾ ਬੁਰਾ ਹਾਲ। ਤੇ ਮੈਨੂੰ ਕਹਿਣਾ ਪਿਆ ਵੀ ਤੁਸੀਂ ਕੈਪਟਨ ਸਾਹਿਬ ਦੀ ਨਿੰਦਿਆ ਕਰਨ ਲਈ ਬੈਠੇ ਜੇ ਜਾਂ ਤੁਸੀਂ ਕੀ ਮੰਗ ਰਹੇ ਜੀ? ਕਹਿਣ ਦਾ ਮਤਲਬ ਵੀ ਉਹ ਗੱਠਜੋੜ 'ਤੇ ਬੜਾ ਸ਼ੁਗਲ ਜਿਹਾ ਚੱਲ ਰਿਹਾ ਸੀ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਜੇ ਵੀ ਇਹ ਸਰਕਾਰ ਨੇ ਬਹੁਤ ਮਾੜਾ ਕੀਤਾ, ਜੇ 4.5 ਸਾਲ ਸਰਕਾਰ ਚਲਾਈ ਕਿੰਨੇ? ਕੈਪਟਨ ਸਾਹਿਬ ਨੇ ਚਲਾਈ। ਨਹੀਂ, ਉਹਦੇ 'ਚ ਇੰਨਾ ਵੀ ਕੜਮਾਸ ਨਹੀਂ ਸੀ, ਹੋਰ ਜ਼ਿਆਦਾ ਵੱਡਾ ਕੜਮਾਸ ਸੀ ਕਿ ਬੀਜੇਪੀ ਦੀ ਰੈਲੀ ਹੋ ਰਹੀ ਹੈ, ਉਹਦੇ 'ਚ ਕੈਪਟਨ ਸਾਹਿਬ ਇਹ ਕਹਿ ਰਹੇ ਨੇ ਮੈਂ ਕਿੱਦਾਂ ਸਾਰੇ ਵਾਅਦੇ ਪੂਰੇ ਕੀਤੇ ਕਾਂਗਰਸ ਦਾ ਮੈਨੀਫੈਸਟੋ 'ਤੇ, ਤਾਂ ਇਹ ਵੀ ਸੀ। ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਅਲਾਇੰਸ ਸੀ, ਇਹ ਅਲਾਇੰਸ ਸਟੇਬਲ ਨਹੀਂ ਹੋ ਪਾਈ, ਕਿਉਂਕਿ ਉਹਦੇ 'ਚ ਇਹ ਜਿਵੇਂ ਹੁਣ ਮੈਂ ਦੱਸਾਂ ਵੀ 10 ਸਾਲ ਜਦੋਂ ਇਹ ਬੀਜੇਪੀ ਅਕਾਲੀ ਦਲ ਦੇ ਨਾਲ ਅਲਾਇੰਸ 'ਚ ਸੀ, ਉੱਥੇ ਦੇ ਕਈ ਪ੍ਰਾਪਤੀਆਂ ਨੇ ਉਸ ਦੀਆਂ, ਉਹਨੂੰ ਕਲੇਮ ਨਹੀਂ ਕਰ ਪਾ ਰਹੇ। ਬਿਲਕੁਲ ਠੀਕ ਹੈ। ਚਾਹੇ ਉਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਵੇ, ਚਾਹੇ ਉਹ ਗਵਰਨੈਂਸ ਦੀ ਗੱਲ ਹੋਵੇ, ਚਾਹੇ ਉਹ ਆਟਾ ਦਾਲ ਸਕੀਮ ਹੋਵੇ, ਰਾਈਟ ਟੂ ਫੂਡ ਹੋਵੇ, ਰਾਈਟ ਟੂ ਸਰਵਿਸ ਐਕਟ ਹੋਵੇ, ਇਨਫਰਾਸਟ੍ਰਕਚਰ ਬਹੁਤ ਬਣਿਆ, ਜ਼ਿਲ੍ਹਾ ਕੰਪਲੈਕਸ ਹੈ ਕਈ ਕੁਛ, ਤੇ ਉਹਦੀ ਗੱਲ ਨਹੀਂ ਉਹ ਕਰ ਪਾ ਰਹੇ ਹੁਣ, ਪਰ ਉਹਦਾ ਖਮਿਆਜ਼ਾ ਭੁਗਤ ਰਹੇ ਨੇ। ਦੇਖੋ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਹ ਅਲਾਇੰਸਿਸ ਵੀ ਇਸ ਵਾਰ ਨਵੀਆਂ ਸੀ, ਜਿਵੇਂ ਤੁਸੀਂ ਕਿਹਾ ਅਕਾਲੀ BSP ਇਹ, ਤੇ ਤੀਸਰੀ ਜਿਹੜੀ ਅਲਾਇੰਸ ਜਿਹੜੀ ਆਮ ਆਦਮੀ ਪਾਰਟੀ ਤੇ ਸੰਯੁਕਤ ਮੋਰਚੇ ਦੀ ਨਹੀਂ ਹੋਈ, ਹੁੰਦੇ ਰਹਿ ਗਈ, ਉਹਦਾ ਵੀ ਇੱਕ ਆਪਣਾ ਖਮਿਆਜ਼ਾ ਭੁਗਤਣਾ ਪਿਆ, ਕਿਉਂਕਿ ਉੱਥੇ ਅਲਾਇੰਸ ਨਾ ਹੋਣ ਦਾ ਕਾਰਨ ਸੰਯੁਕਤ ਸਮਾਜ ਮੋਰਚਾ ਨੇ ਇਹ ਕਿਹਾ ਕਿ ਇਹ ਆਮ ਆਦਮੀ ਪਾਰਟੀ ਟਿਕਟਾਂ ਵੇਚਦੀ ਹੈ, ਅਲੈਜ ਕੀਤਾ ਉਹਨਾਂ ਨੇ। ਬਿਲਕੁਲ ਹੈ ਰਾਜੇਵਾਲ ਸਾਹਿਬ ਨੇ ਪਬਲਿਕਲੀ। ਅੱਛਾ, ਉਹ ਅਲਾਇੰਸ ਵੀ ਹੁੰਦੇ ਰਹਿ ਗਈ, ਸਗੋਂ ਉਸ ਅਲਾਇੰਸ ਦਾ ਨਾ ਹੋਣਾ ਵੀ ਇੱਕ ਦੂਜੇ ਨੂੰ ਉਹਨਾਂ ਨੂੰ ਨੁਕਸਾਨ ਹੋ ਰਿਹਾ ਕਿ ਵੀ ਉਹਦੇ ਨਾਲ ਇੱਕ ਦੂਜੇ ਦੀ ਜਿਹੜੀ ਇੱਕ ਥੱਲੇ ਲੋਕਾਂ ਤੱਕ ਜਾ ਕੇ ਉਹ ਗੱਲ ਕਹਿਣਾ, ਉਹ ਅਲਾਇੰਸ ਦੇਖੋ ਇੱਕ ਪਾਸੇ ਅਲਾਇੰਸ ਹੋਣੀ ਸੀ, ਇੱਕ ਪਾਸੇ ਉਹ ਇੱਕ ਦੂਜੇ ਨੂੰ ਉਲਟਾ ਕੁੜੱਤਨ ਪੈਦਾ ਹੋ ਗਈ। ਸੋ ਇਸ ਵਾਰ ਇਲੈਕਸ਼ਨ ਦੇ ਵਿੱਚ ਤੁਸੀਂ ਇਹ ਦੇਖੋ ਵੀ ਅਲੱਗ ਤਰ੍ਹਾਂ ਦੀ ਅਲਾਇੰਸ ਸੀ, ਮੁੱਦਿਆਂਹੀਨਤਾ ਸੀ, ਔਰ ਲੋਕਾਂ ਕੋਲ ਕੋਈ ਬਦਲਾਵ ਦੀ ਗੱਲ ਸੀ, ਔਰ ਬਦਲਾਵ ਦਾ ਕੋਈ ਫਰੇਮਵਰਕ ਨਹੀਂ ਸੀ, ਕੋਈ ਵਿਜ਼ਨ ਨਹੀਂ ਸੀ, ਤੇ ਇਹ ਸਾਰੇ ਕੜਮਾਸ ਦੇ ਵਿੱਚੋਂ ਫਿਰ ਵੀ ਸਰਕਾਰ ਬਣੇਗੀ। ਡਾਕਟਰ ਸਾਹਿਬ, ਇੱਕ ਗੱਲ ਆਮ ਦੰਦ ਕਥਾ ਹੈ, ਆਪ ਦੀ ਬਹੁਤ ਦੰਦ ਕਥਾ, ਰੌਲਾ ਸੀ, ਰੌਲਾ ਹੈਗਾ ਸੀ ਆਪ ਤੁਸੀਂ ਸੋਸ਼ਲ ਮੀਡੀਆ 'ਤੇ ਜਾਓ, ਕੋਈ ਆਪਾਂ ਅੱਜ ਕਰ ਰਹੇ ਹਾਂ, ਜਦੋਂ ਇਹ ਆਪਾਂ ਅਪਲੋਡ ਕਰਾਂਗੇ ਇੰਟਰਵਿਊ, ਤੇ ਉਹਦੇ 'ਚ ਵੀ ਆਪ ਜ਼ਿਆਦਾ ਹੋਊਗਾ, ਕਾਂਗਰਸ ਅਕਾਲੀ ਦਲ ਬਹੁਤ ਘੱਟ ਦਿਸੂਗਾ। ਕਿਤੇ ਇਹ ਗੱਲ ਲੱਗਦੀ ਨਹੀਂ, ਇਹ ਕਿਹਾ ਜਾਂਦਾ ਵੀ ਸਰਕਾਰ ਬਣ ਸਕਦੀ ਆਪ ਦੀ, ਪਰ ਕੁਛ ਮਾਹਰ ਇਹ ਕਹਿੰਦੇ ਨੇ ਵੀ ਆਪ ਦਾ ਜਿਹੜਾ ਰੌਲਾ ਹੈ ਉਹੀ ਉਹਦਾ ਕੇਡਰ ਹੈ, ਅਕਾਲੀ ਦਲ BJP ਜਾਂ ਕਾਂਗਰਸ ਇਹਦਾ ਕੇਡਰ ਹੈ, 20% ਹੋ ਸਕਦਾ 22%, ਇਹਨੇ ਉੱਥੋਂ ਚੱਲਣਾ, ਉਹਨੇ ਰੌਲੇ ਤੋਂ ਚੱਲਣਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਮ ਆਦਮੀ ਪਾਰਟੀ ਦਾ ਰੌਲਾ ਹੀ ਉਹਨਾਂ ਦਾ ਕਾਡਰ ਸੀ, ਔਰ ਰੌਲਾ ਜਿਹੜਾ ਹੈਗਾ ਘਰੋਂ ਨਹੀਂ ਕੱਢ ਸਕਦਾ, ਲੋਕਾਂ ਨੂੰ ਡਿਸਟਰਬ ਤਾਂ ਕਰ ਦਿੰਦਾ, ਘਰੋਂ ਵੋਟ ਪਾਉਣ ਲਈ ਲਿਜਾ ਨਹੀਂ ਸਕਦਾ ਰੌਲਾ। ਸੋ ਉਹਨਾਂ ਦਾ ਇੱਕ ਨਾਲੇ ਜਿਹੜਾ ਫੁੱਟ ਲੂਜ਼ ਵੋਟਰ ਹੁੰਦਾ
ਉਹਨਾਂ ਦੀ ਸਪੋਰਟ 'ਚ ਉਹ ਵੀ ਆਇਆ। ਪੰਜਾਬ 'ਚ ਨਹੀਂ, ਰਵਾਇਤੀ ਤੌਰ ਤੇ 15 ਤੋਂ 20% ਇੱਕ ਫੁੱਟਲੂਜ਼ ਵੋਟਰ ਹੁੰਦਾ, ਠੀਕ ਕਹਿ ਰਹੇ ਤੁਸੀਂ, ਜਿਹੜਾ ਕਿ ਮਤਲਬ ਉਹਨਾਂ ਨੇ ਰਵਾਇਤੀ ਪਾਰਟੀਆਂ ਦੇ ਹਿਸਟੋਰੀਕਲੀ ਅਗੇਂਸਟ ਜਾਂਦੇ ਨੇ। ਬਿਲਕੁਲ ਬਾਕੀ ਨਾ ਬੋਲਦੇ ਨੇ, ਖੁੱਲ ਕੇ ਬੋਲਦੇ ਨੇ, ਲੱਗਦਾ ਵੀ ਜਿਵੇਂ ਬਹੁਤ ਗੁੱਸਾ ਹੈ। ਨਾਲੇ ਅਸੀਂ ਕਹਿੰਦੇ ਆ ਵੀ ਜਿਹੜੀ ਚੇਂਜ ਵਾਲੀ ਵੋਟ ਹੁੰਦੀ ਹੈ ਨਾ, ਬੜੀ ਨੋਇਜ਼ੀ ਹੁੰਦੀ ਹੈ। ਓਕੇ, ਕਿਉਂਕਿ ਉਹ ਸਟੇਟਸ ਕੋ ਦੇ ਖਿਲਾਫ ਬੋਲਦੀ ਹੁੰਦੀ ਹੈ। ਜਿਹੜੀ ਸਟੇਟਸ ਕੋ ਵਾਲੀ ਵੋਟ ਹੁੰਦੀ ਉਹ ਚੁੱਪ ਹੁੰਦੀ ਹੈ ਕਿ ਉਹਨੇ ਪਾਣੀ ਹੈ, ਤੇ ਇਸ ਕਰਕੇ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਪਰ ਚੰਡੀਗੜ੍ਹ ਦੀ ਕਾਰਪੋਰੇਸ਼ਨ 'ਚ ਜਿਹੜਾ ਅੰਡਰ ਕਰੰਟ ਸੀ ਆਪ ਦਾ, ਉਹ ਕਾਉਂਸਲਰ ਜਿੱਤ ਕੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ, ਬੇਪਛਾਣ ਸੀ, ਲੱਗਦਾ ਨਹੀਂ ਕੋਈ ਪੰਜਾਬ 'ਚ ਉਹਦੇ ਨਾਲ? ਨਹੀਂ, ਕੋਈ ਅੰਡਰ ਕਰੰਟ ਨਹੀਂ ਸੀ ਚੰਡੀਗੜ੍ਹ 'ਚ। ਚੰਡੀਗੜ੍ਹ 'ਚ ਜੇ ਅਸੀਂ ਇਹ ਕਹੀਏ ਕਿ ਜਿਹੜੇ ਬੰਦੇ ਕਾਂਗਰਸ ਤੋਂ ਟੁੱਟ ਕੇ 1 ਮਹੀਨਾ ਪਹਿਲੇ ਆਪ ਦੀ ਫਰੈਂਚਾਈਜ਼ੀ ਲੈ ਲੈਂਦੇ ਨੇ, ਪ੍ਰਦੀਪ ਸ਼ਾਹ ਬੜਾ ਹੋ ਗਏ, ਚੰਦਰਮੁਖੀ ਹੋ ਗਏ, ਹਰਮੋਹਨ ਧਵਨ, ਸਾਰੇ ਜਿਹੜੇ ਸਭ ਪੁਰਾਣੀ ਲੀਡਰ ਹੋਈ, ਤੇ ਉਹ ਆਪਣਾ ਇਲੈਕਸ਼ਨ 1 ਮਹੀਨੇ 'ਚ ਪਾਰਟੀ ਬਣਾ ਕੇ ਫਰੈਂਚਾਈਜ਼ੀ ਲੈ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦੀ, ਤੇ ਉਹ ਇਲੈਕਸ਼ਨ 'ਚ ਚਲੇ ਗਏ। ਮੈਂ ਇਹ ਸਮਝਦਾ ਉਹਦੇ ਦਾ ਸਟੈਂਪ ਲੱਗ ਗਈ ਕੇਜਰੀਵਾਲ ਸਾਹਿਬ ਦੀ, ਉਹ ਫਰੈਂਚਾਈਜ਼ੀ ਲੈ ਲਈ ਨਾ ਉਹਨਾਂ ਦੀ। ਬਾਈ ਇਸ ਕਰਕੇ ਜਿਹੜਾ ਉਹ ਅੰਡਰ ਕਰੰਟ ਨਹੀਂ ਹੋਇਆ ਕਰਦਾ, ਉਹ ਅੰਡਰ ਕਰੰਟ ਸੀਗਾ ਬੀਜੇਪੀ ਦੇ ਖਿਲਾਫ, ਤੇ ਅੰਡਰ ਕਰੰਟ ਡਿਵਾਈਡ ਹੋ ਗਿਆ ਕਾਂਗਰਸ ਤੇ ਇਹ ਫਰੈਂਚਾਈਜ਼ੀ ਵਿੱਚ, ਤੇ ਇਸ ਕਰਕੇ ਉਹ ਬੀਜੇਪੀ ਦਾ ਫਾਇਦਾ ਕਰ ਗਿਆ। ਜੇ ਇਹ ਟੁੱਟ ਕੇ ਨਾ ਜਾਂਦੇ, ਕਾਂਗਰਸ ਨਾਲ ਹੀ ਰਹਿੰਦੇ, ਤੇ ਸ਼ਾਇਦ ਆਰਾਮ ਨਾਲ ਕਾਂਗਰਸ ਦੀ ਇੱਥੇ ਨੋ ਡਾਊਟ ਬਣ ਗਈ ਸੀ। ਬਿਲਕੁਲ ਠੀਕ, ਮੈਂ ਇਹ ਗੱਲ ਕਹਿ ਰਿਹਾ ਇਹਦੇ ਨਾਲ, ਕਿਉਂਕਿ ਨਾ ਚਿਹਰੇ ਹੋਈ ਨੇ, ਸਭ ਕੁਝ ਹੋਈ ਹੈ, ਲੋਕਾਂ ਕੋਲ ਚਲੇ ਗਏ। ਸੋ ਇਸ ਕਰਕੇ ਨਾ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਆਰਗੈਨਿਕਲੀ ਉਸ ਵਿਰਸੇ ਦੇ ਨਾਲ, ਲੋਕਾਂ ਦੇ ਨਾਲ ਜੁੜਨਾ ਪੈਂਦਾ ਹੈ। ਤੇ ਆਮ ਆਦਮੀ ਪਾਰਟੀ ਦਾ ਫਾਇਦਾ ਇਹ ਹੈ ਕਿ ਇਹਨਾਂ ਦਾ ਕੋਈ ਹਿਸਟੋਰੀਕਲ ਬੈਗੇਜ ਹੈ ਨਹੀਂ, ਤੇ ਇਸੇ ਕਰਕੇ ਹਿਸਟੋਰੀਕਲ ਐਡਵਾਂਟੇਜ ਵੀ ਕੋਈ ਨਹੀਂ, ਨਾ ਬੈਗੇਜ ਹੈ ਨਾ ਐਡਵਾਂਟੇਜ ਹੈ। ਬੈਗੇਜ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਪਹਿਲੇ ਰਾਜ ਹੀ ਨਹੀਂ ਕੀਤਾ ਪੰਜਾਬ 'ਚ, ਤੇ ਹੁਣ ਜਿਵੇਂ ਦਿੱਲੀ ਮਾਡਲ ਦੀ ਗੱਲ ਹੁੰਦੀ ਸੀ ਗਵਰਨੈਂਸ ਦੀ, ਹੁਣ ਦਿੱਲੀ ਦਾ ਮਾਡਲ, ਦਿੱਲੀ ਇੱਕ ਪੈਂਪਰਡ ਸਿਟੀ ਹੈ, ਮੁਗਲਾਂ ਦੇ ਟਾਈਮ ਦਾ ਕੈਪੀਟਲ ਹੈ। ਹੁਣ ਜੇ ਆਪਾਂ, ਉਹ ਯੂਨੀਅਨ ਟੈਰੀਟਰੀ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ, ਤੇ ਜੇ ਤੁਸੀਂ ਦਿੱਲੀ ਦਾ ਚੰਡੀਗੜ੍ਹ ਦੇ ਨਾਲ ਕੰਪੇਅਰ ਕਰ ਲਓ, ਤੇ ਚੰਡੀਗੜ੍ਹ ਦੇ ਮਾਡਲ ਸਕੂਲ ਕਿਤੇ ਵਧੀਆ ਨੇ, ਦਿੱਲੀ ਦੇ ਜਿਹੜੇ ਵੀ ਉਹ ਕਹਿ ਰਹੇ ਨੇ ਅਸੀਂ ਵਧੀਆ ਸਕੂਲ ਬਣਾਏ। ਚੰਡੀਗੜ੍ਹ ਦੀਆਂ ਜਿਹੜੀਆਂ ਹਰ ਸੈਕਟਰ 'ਚ ਡਿਸਪੈਂਸਰੀ ਨੇ, ਮੁਹੱਲਾ ਕਲੀਨਿਕ ਤੋਂ ਕਿਤੇ ਵਧੀਆ ਨੇ। ਫਿਰ ਇੱਕ ਯੂਨੀਅਨ ਟੈਰੀਟਰੀ ਦਾ ਮੁਕਾਬਲਾ ਯੂਨੀਅਨ ਟੈਰੀਟਰੀ ਨਾਲ ਕਰੋ, ਭਿੱਖੀ ਵਿੰਡਲਾ ਤਾਂ ਨਹੀਂ ਕਰ ਸਕਦੇ ਨਾ। ਤੇ ਨਾਲੇ ਜਿਹੜੇ ਫੈਡਰਲਿਜ਼ਮ 'ਚ ਜਿਹੜੀ ਸਟੇਟ ਹੈ, ਸਟੇਟਾਂ ਨੂੰ ਜਿਹੜੇ ਅਧਿਕਾਰ ਹੀ ਨਹੀਂ, ਉਹਨਾਂ ਨੂੰ ਪੈਸੇ ਜ਼ਿਆਦਾ ਨਹੀਂ ਦਿੱਤੇ ਜਾਂਦੇ, ਤੇ ਉਹ ਇੱਕ ਅਲੱਗ ਮੁੱਦਾ ਹੈ। ਉਹ ਫੈਡਰਲਿਜ਼ਮ ਦਾ ਮੁੱਦਾ ਅੱਗੇ ਉਭਾਰ ਕੇ ਆਉਂਦਾ ਹੈ ਕਿ ਇੱਕ ਯੂਨਿਟ ਟੈਰੀਟਰੀ ਤੇ ਉਹਨੂੰ ਤੁਸੀਂ ਕੰਪੇਅਰ ਕਰ ਰਹੇ ਹੈਗੇ ਹੋ ਵੀ ਐਪਲ ਐਂਡ ਬਨਾਨਾ ਨੂੰ ਕੰਪੇਅਰ ਕਰ ਲਿਓ, ਕੰਪੇਅਰ ਨਹੀਂ ਹੋਇਆ ਕਰਦਾ। ਡਾਕਟਰ ਇੱਕ ਹੋਰ ਦੱਸੋ, ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਚਰਚਾ ਚੱਲਦੀ ਰਹੀ, ਮੈਨੂੰ ਲੱਗਦਾ ਵੀ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਤੇ ਸਰਕਾਰ ਬਣਾਉਣ ਤੇ ਘੱਟ ਜ਼ੋਰ ਲਾਇਆ, ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਤੇ ਜ਼ਿਆਦਾ ਜ਼ੋਰ ਲਾਇਆ। ਜਿਵੇਂ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਨੂੰ ਕੱਢਿਆ ਮੋਬਾਈਲ 'ਚੋਂ, ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਕੱਢਿਆ ਆਪਣੇ ਡਿਸਕਸ਼ਨ 'ਚੋਂ ਚਰਨਜੀਤ ਚੰਨੀ ਨੂੰ, ਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ। ਇਹਨਾਂ ਤਿੰਨਾਂ ਨੂੰ ਤੁਸੀਂ ਕਿਵੇਂ ਡਿਸਕਸ ਕਰੋਗੇ? ਦੇਖੋ, ਪਹਿਲੀ ਗੱਲ ਜਿਹੜਾ ਤੁਸੀਂ ਕਿਹਾ ਹੈ ਵੀ ਇਹ ਇਲੈਕਸ਼ਨ ਤੋਂ ਪਹਿਲੇ ਚਿਹਰੇ ਦਾ ਇਲੈਕਸ਼ਨ ਕਰਨਾ ਆਪਣੇ ਆਪ 'ਚ ਡੈਮੋਕ੍ਰੇਸੀ ਦਾ ਫਾਰਸ ਹੈ, ਕਿਉਂਕਿ ਡੈਮੋਕ੍ਰੇਸੀ ਇਸ ਵੇਲੇ ਮੈਂ ਸਮਝਦਾ ਥ੍ਰੈਟ 'ਚ ਹੈ। ਕਿਉਂਕਿ ਡੈਮੋਕ੍ਰੇਸੀ ਖਾਲੀ ਇਲੈਕਸ਼ਨ ਨਹੀਂ ਹੁੰਦਾ, ਇਲੈਕਸ਼ਨ ਦੀ ਕੁਝ ਰਵਾਇਤਾਂ ਹੁੰਦੀਆਂ ਡੈਮੋਕ੍ਰੇਸੀ 'ਚ, ਉਹਨਾਂ ਨੂੰ ਫਾਲੋ ਕਰਨਾ। ਰਹੀਆਂ ਡਾਕਟਰ ਸਾਹਿਬ ਕਿਹੜੀਆਂ ਗੱਲਾਂ ਕਰਦੇ ਪੁਰਾਣੀਆਂ? ਇਸੇ ਕਰਕੇ ਕਿਹਾ ਵੀ ਡੈਮੋਕ੍ਰੇਸੀ ਅੱਗੇ ਬੜਾ ਵੱਡਾ ਚੈਲੰਜ ਪੋਜ਼ ਹੋਇਆ। ਹੁਣ ਮੈਂ ਇੱਥੇ ਹੋਰ ਐਗਜ਼ਾਮਪਲ ਇੱਕ ਦੇ ਦਿੰਦਾ ਕਿ ਤੁਸੀਂ ਗਰੰਟੀਆਂ ਦੇਣ ਲੱਗ ਗਏ ਲਿਖ ਕੇ ਸਾਈਨ ਕਰਕੇ। ਮੈਂ ਸਮਝਦਾ ਵੀ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਚਾਹੀਦਾ ਹੈ ਵੀ ਜਿਹੜਾ ਇਹ ਲਿਖ ਕੇ ਗਰੰਟੀ ਦੇਗਾ ਉਹਦਾ ਉਹ ਇਲੈਕਸ਼ਨ ਐਕਸਪੈਂਸਿਸ 'ਚ ਐਡ ਕੀਤਾ ਜਾਏਗਾ। ਮਤਲਬ ਇਹ ਹੈ ਕਿ ਜੇ ਮੈਂ ਤੁਹਾਨੂੰ ਗਰੰਟੀ ਦਿੱਤੀ ਹੈ ਵੀ 2000 ਦੇਵਾਂਗਾ ਤੇ ਮੇਰੇ ਇਲੈਕਸ਼ਨ ਐਕਸਪੈਂਸਿਸ 'ਚ ਕਾਊਂਟ ਹੋਵੇ ਵੀ ਤੁਸੀਂ ਅੱਜ ਇਹ ਗਰੰਟੀ ਦੇ ਰਹੇ ਹੋ ਤੇ ਕੀ ਸਟੇਟ ਪੇ ਕਰੇਗੀ। ਹੈ ਤਾਂ ਬਰਾਈ ਵੀ ਹੈ ਪਰ ਐਕਸਪੈਂਸਿਸ 'ਚ ਕਾਊਂਟ ਰਿਸ਼ਵਤ ਹੈ, ਇਹ ਰਿਸ਼ਵਤ ਹੈ। ਔਰ ਅਸੀਂ ਉੱਤੇ ਗੱਲ ਨਹੀਂ ਕਰਦੇ। ਇਲੈਕਸ਼ਨ ਕਮਿਸ਼ਨ ਨੂੰ ਇਹ ਚਾਹੀਦਾ ਵੀ ਜਿਹੜਾ ਕੋਈ ਵੀ ਇੱਦਾਂ ਲਿਖ ਕੇ ਗਰੰਟੀ ਦੇਗਾ ਕਿ ਇਹ ਚਿੱਠੀ ਸਾਈਨ ਕਰਕੇ ਤੈਨੂੰ ਮੈਂ ਦੇਤੀ, ਉਹਦੇ ਇਲੈਕਸ਼ਨ ਐਕਸਪੈਂਸਿਸ 'ਚ ਐਡ ਕਰ ਦਿਓ। ਜੋ 40 ਲੱਖ ਤੋਂ ਵੱਧ ਨੇ ਇਲੈਕਸ਼ਨ ਕੰਟਰਾਬੈਂਡ ਕਰ ਦਿਓ। ਸੋ ਇੱਦਾਂ ਦੇ ਕੁਝ ਸਾਨੂੰ ਰਿਵਾਇਤਾਂ ਲੈ ਕੇ ਆਉਣੀ ਪੈਣੀ। ਡਾਕਟਰ ਸਾਹਿਬ ਸੌਰੀ ਕੱਟ ਰਹੇ, ਬੜੀ ਸੋਹਣੀ ਗੱਲ ਕਰ ਰਹੇ। ਇਹ ਇੱਦਾਂ ਨਹੀਂ ਲੱਗਦਾ ਵੀ ਪਹਿਲੋਂ ਪਾਰਟੀਆਂ ਜਿਹੜੀਆਂ ਸੀ ਉਹ ਆਪਣੇ ਪਾਰਟੀ ਫੰਡ ਖਰਚ ਕੇ ਲੋਕਾਂ ਨੂੰ ਲਾਲਚ ਦਿੰਦੀਆਂ ਸੀ, ਕੋਈ ਭਾਂਡੇ ਟੀਂਡੇ ਦੇ ਉੱਤੇ, ਕੱਪੜੇ ਦੇ ਉੱਤੇ, ਨੋਟ ਸੁੱਟ ਤੇ, ਬੋਤਲਾਂ ਸੁੱਟਤੀਆਂ। ਹੁਣ ਇਹ ਵੀ ਬੜਾ ਵਧੀਆ ਮੌਕਾ ਮਿਲ ਗਿਆ ਵੀ ਅਖੀਰਲੇ 2 ਮਹੀਨੇ ਤੁਸੀਂ ਖਜ਼ਾਨੇ 'ਚ ਕਹੋ ਜੇ ਮੈਂ ਮੁੱਖ ਮੰਤਰੀ ਬਣ ਗਿਆ, ਮੇਰੀ ਸਰਕਾਰ ਬਣ ਗਈ ਤੇ ਮੈਂ ਸਾਰਿਆਂ ਦੇ ਘਰ ਭਰ ਦੂੰਗਾ। ਨਹੀਂ, ਦੇਖੋ ਗੱਲ ਹੈ ਵੀ ਇਹ ਤਾਂ ਲੋਕਾਂ ਨੂੰ ਵੀ ਨਜ਼ਰ ਆਉਂਦਾ। ਇਹ ਉਹੀ ਮੈਂ ਤਾਂ ਕਿਹਾ ਡੈਮੋਕ੍ਰੇਸੀ ਲਈ ਬੜਾ ਵੱਡਾ ਚੈਲੰਜ ਹੋ ਗਿਆ ਕਿ ਤੁਸੀਂ
ਜਿਹੜਾ ਯੂਥ ਹੈ ਉਹਨੂੰ ਇੰਪਲਾਏਬਲ ਨਾ ਬਣਾ ਕੇ ਤੁਸੀਂ ਉਹਨੂੰ ਤੈਨੂੰ ਮੈਂ 1000 ਰੁਪਇਆ ਘਰ ਬੈਠੇ ਦੇ ਦੂੰਗਾ, ਜਿਹੜਾ ਆਪਣੇ ਸ਼ਬਦ ਜੇ ਉਹ ਜਿਹੜਾ ਹੈਗਾ ਜਿਹੜੀ ਉਹ ਵੀ ਹੈ ਕਿ ਕਿਰਤ ਕਰੋ ਵੰਡ ਖਾਓ। ਅੱਛਾ ਕਹਿੰਦਾ ਕਿਰਤ ਕਰਨ ਦੀ ਕੋਈ ਲੋੜ ਨਹੀਂ, ਤੇਰੇ ਘਰ ਹੀ ਬਾਬੇ ਨਾਨਕ ਦੇ ਕਹਿਣ ਦੇ ਉਲਟ ਚੱਲ ਰਿਹਾ ਵੀ ਕਿਰਤ ਕਰਨ ਦੀ ਲੋੜ ਨਹੀਂ, ਤੇਰੇ ਘਰ ਹੀ ਦੇ ਦਾਂਗੇ ਸਾਰਾ ਕੁਝ। ਤੇ ਉਹ ਸਮਾਜ ਨੂੰ ਪੰਗੂ ਬਣਾਉਣ ਦੀ ਕੋਸ਼ਿਸ਼। ਮੈਂ ਜਿਹੜੀ ਤੁਹਾਨੂੰ ਪਹਿਲੇ ਗੱਲ ਕਹੀ ਸੀ, ਸਾਡੀਆਂ ਕੁਝ ਰਿਵਾਇਤਾਂ ਹੈ ਪੰਜਾਬ ਦੀਆਂ, ਕੁਝ ਚੰਗੀ ਗੱਲਾਂ ਹੈ। ਅਸੀਂ ਪੰਜਾਬ ਨੂੰ ਬਿਲਕੁਲ ਮਾੜਾ ਨਾ ਸਮਝੀਏ ਨਾ ਵੀ ਪੰਜਾਬ 'ਚ ਕੋਈ ਸ਼ਾਇਦ ਚੰਗੀ ਰਵਾਇਤ ਹੀ ਹੈ ਨਹੀਂ, ਸਾਡੀ ਬੜੀ ਚੰਗੀਆਂ ਰਵਾਇਤਾਂ ਹੈ। ਤੇ ਉਹਨਾਂ ਰਵਾਇਤਾਂ ਨੂੰ ਛੱਡ ਕੇ ਅਸੀਂ ਜਿੰਨੀਆਂ ਮਾੜੀ ਰਵਾਇਤਾਂ ਉਹ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਸਾਨੂੰ ਉਹਨਾਂ ਰਵਾਇਤਾਂ ਤੋਂ ਹੀ ਸਿੱਖਣਾ ਚਾਹੀਦਾ। ਔਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ, ਜਿਹੜਾ ਮੈਨੂੰ ਹੁਣ ਲੱਗਦਾ ਕਿ ਵੀ ਜੇ ਪੰਜਾਬ ਦਾ ਜਦੋਂ ਰਿਜ਼ਲਟ ਆ ਜਾਵੇ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ 'ਚ ਪੈਰਾਡਾਈਮ ਸ਼ਿਫਟ ਲਿਆਉਣ ਲਈ, ਸਾਰਾ ਕੁਝ ਬਦਲਾਵ ਲਿਆਉਣ ਲਈ ਸਾਨੂੰ ਕਰਨਾ ਕੀ ਚਾਹੀਦਾ, ਜਿਹੜਾ ਕਿ ਇਲੈਕਸ਼ਨ ਨੇ ਸਾਨੂੰ ਉਹ ਡਿਸਕੋਰਸ ਕਰੋੜਾਂ ਰੁਪਏ ਲੱਗ ਕੇ ਵੀ ਉਹ ਡਿਸਕੋਰਸ ਨਹੀਂ ਮਿਲਿਆ, ਉਹਦੇ 'ਚ ਉਨੀ ਐਜੂਕੇਸ਼ਨ ਸਾਡੀ ਨਹੀਂ ਹੋਈ। ਵੀ ਜਿਵੇਂ ਤੁਸੀਂ ਇੱਕ ਗੱਲ ਦੇਖੋ ਨਾ ਵੀ ਜੇ ਤੁਸੀਂ ਸਾਰਾ ਉੱਥੇ ਡਿਬੇਟ ਵੀ ਕਰਦੇ ਹੋ, ਸਭ ਕੁਝ ਕਰਦੇ ਹੋ ਔਰ ਓਪੀਨੀਅਨ ਕ੍ਰੀਏਟ ਕਰਨ ਲਈ ਕਰੋੜਾਂ ਰੁਪਏ ਤੁਸੀਂ ਮੀਡੀਆ 'ਤੇ ਖਰਚਦੇ ਹੋ। ਜੇ ਅਸੀਂ ਚੰਗਾ ਮਾਡਲ ਉਸ ਲਈ ਲੋਕਾਂ ਅੱਗੇ ਦਿੰਦੇ, ਹੁਣ ਸਭ ਨੇ ਕਿਹਾ ਪੰਜਾਬ ਮਾਡਲ, ਜੇ ਤੁਸੀਂ ਸਾਰੇ ਪੰਜਾਬ ਮਾਡਲ, ਦਿੱਲੀ ਮਾਡਲ, ਅਲੱਗ-ਅਲੱਗ ਮਾਡਲ, ਹੁਣ ਜੇ ਮਾਡਲ ਦੇ ਵਿੱਚ ਜਾ ਕੇ ਦੇਖੋ ਤੇ ਉਹ 'ਚ ਖਰਾਬ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ। ਬਿਲਕੁਲ ਠੀਕ ਕਹਿ ਰਹੇ ਕਿਸੇ ਨੇ ਇਹ ਨਹੀਂ ਯੁਕਤ ਦੱਸੀ ਵੀ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਉਤਾਰੂਗਾ। ਤੇ ਮੈਂ ਇਸੇ ਕਰਕੇ ਕਹਿੰਦਾ ਸੀਗਾ ਵੀ ਪੰਜਾਬ ਦੀ ਜਿਹੜੀ ਪਹਿਲੇ ਮੈਂ ਕਹਿੰਦਾ ਸੀਗਾ ਸ਼ਾਇਦ ਇਸ ਵਾਰ ਡੇਰੇ ਦਾ ਰੋਲ ਨਹੀਂ ਹੋਏਗਾ, ਪਰ ਮੈਂ ਹੁਣ ਇਹ ਕਹਿੰਦਾ ਕਿ ਵੀ ਚੰਨੀ ਫੈਕਟਰ ਕਰਕੇ ਡੇਰੇ ਦਾ ਰੋਲ ਵੀ ਵੱਧ ਗਿਆ। ਉਹਨਾਂ ਨੂੰ ਵੀ ਇੰਪੋਰਟੈਂਸ ਮਿਲ ਗਈ ਜਿਹੜੀ ਸ਼ਾਇਦ ਨਾ ਮਿਲਦੀ ਅਦਰਵਾਈਜ਼। ਉਹ ਕਿਵੇਂ? ਉਹ ਇਸ ਕਰਕੇ ਕਿਉਂਕਿ ਜਿਹੜੇ ਦਲਿਤ ਭਾਈਚਾਰੇ ਦੇ ਕਈ ਲੋਕ ਡੇਰੇ ਦੇ ਫਾਲੋਅਰ ਸੀ ਤੇ ਚੰਨੀ ਫੈਕਟਰ ਨੂੰ ਕਾਊਂਟ ਕਰਨ ਲਈ ਡੇਰੇ ਨੂੰ ਫੀਲਡ ਕਰਤਾ ਗਿਆ। ਤੇ ਇਸ ਕਰਕੇ ਮੈਂ ਇਹ ਸਮਝਦਾ ਵੀ ਡੇਰਾ, ਡੋਲਜ਼, ਖਰਾਤ ਤੇ ਡਰੱਗਸ, ਮੈਂ ਪਹਿਲੇ ਸਮਝਦਾ ਸੀ ਇਹ ਡੀਮੋਨੇਟਾਈਜ਼ ਕਰੰਸੀਜ਼ ਨੇ, ਹੁਣ ਪੰਜਾਬ 'ਚ ਨਹੀਂ ਚੱਲਣਗੀਆਂ, ਪਰ ਇਹ ਤਾਂ ਪੂਰੀਆਂ ਹੀ ਚੱਲੀਆਂ। ਇਸ ਵੇਲੇ ਤਿੰਨੋਂ ਕਰੰਸੀ ਚੱਲੀਆਂ ਨੇ ਔਰ ਇਸ ਕਰਕੇ ਵੀ ਚੱਲੀਆਂ ਸ਼ਾਇਦ ਕਿ ਅਸੀਂ ਮੁੱਦਾਹੀਨ ਹੋ ਗਏ, ਅਸੀਂ ਡਾਇਰੈਕਸ਼ਨ ਲੈਸ ਹੋ ਗਏ, ਅਸੀਂ ਦਿਸ਼ਾ ਭੁੱਲ ਗਏ। ਤੇ ਉਸ ਦਿਸ਼ਾ ਦਾ ਭੁੱਲਣਾ ਔਰ ਮੁੱਦਾਹੀਨ ਹੋਣਾ ਤੇ ਇਹ ਜਿਹੜੀਆਂ ਸ਼ਾਰਟਕਟ ਨੇ ਡੈਮੋਕ੍ਰੇਸੀ ਦੇ, ਜੇ ਪੋਲੀਟੀਕਲ ਪਾਰਟੀਆਂ ਆਪ ਪਰਫਾਰਮ ਨਹੀਂ ਕਰਦੀਆਂ ਤੇ ਜੇ ਡੇਰੇ ਜਿਹੜੇ ਉਹਨਾਂ ਦੇ ਗੁਰੂ ਨੇ ਉਹ ਪਰਫਾਰਮ ਕਰ ਲੈਂਦੇ ਵੀ ਲੋਕਾਂ ਦੇ ਘਰ ਸ਼ਰਾਬ ਛੁਡਾਤੀ ਜਾਂ ਉਹਨਾਂ ਨੂੰ ਚੰਗੇ ਕਰਤੇ, ਉਹਨੂੰ ਕੈਸ਼ ਕਰਨ ਲਈ ਵੀ ਚੱਲ ਤੂੰ ਪਰਫਾਰਮ ਕੀਤਾ ਤੇ ਸਾਡੇ ਵੱਲ ਆਪਣੀ ਗੁੱਡਵਿਲ ਟ੍ਰਾਂਸਫਰ ਕਰ ਦੇ। ਇਹ ਇੱਕ ਕਿਸਮ ਦੀ ਨਾਨ ਪਰਫਾਰਮੈਂਸ ਜਿਹੜਾ ਹੈਗੀ ਹੈ ਪੋਲੀਟੀਕਲ ਪਾਰਟੀਆਂ ਦੀ, ਸਰਕਾਰਾਂ ਦੀ, ਜਿਹੜੀ ਕਿ ਇਹੋ ਜਿਹੀ ਇੰਸਟੀਟਿਊਸ਼ਨ ਨੂੰ ਰਾਜਨੀਤੀ ਦੇ ਵਿੱਚ ਐਕਟਿਵਾਈਜ਼ ਕਰਦੀਆਂ। ਹਾਲਾਂਕਿ ਉਹਨਾਂ ਦਾ ਕੰਮ ਸੋਸ਼ਲ ਡੋਮੇਨ 'ਚ ਹੈ, ਸਮਾਜਿਕ ਪੱਧਰ 'ਤੇ ਹੈ, ਉਹਨਾਂ ਨੂੰ ਇੱਧਰ ਲਿਆਉਣਾ ਆਪਣੇ ਆਪ 'ਚ ਹੀ ਗਲਤ ਹੈ। ਡਾਕਟਰ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਹੁਣ ਥੋੜ੍ਹਾ ਜਿਹਾ ਪੰਜਾਬ ਦੇ ਲੋਕਾਂ ਨੂੰ ਸੰਕੇਤ ਦਿਓ, ਕਿੱਦਾਂ ਦਾ ਮੁੱਖ ਮੰਤਰੀ ਆ ਰਿਹਾ, ਕਿੱਦਾਂ ਦੀ ਸਰਕਾਰ ਆ ਰਹੀ ਹੈ। ਦੇਖੋ ਗੱਲ ਇਹ ਹੈ ਕਿ ਪੰਜਾਬ 'ਚ ਹੁਣ ਜਿਵੇਂ ਅਮਿਤ ਸ਼ਾਹ ਜੀ ਨੇ ਕਿਹਾ ਕਿ ਕੋਈ ਜੋਤਿਸ਼ੀ ਜੋ ਹੈ ਵਹੀ ਅੰਦਾਜ਼ਾ ਲਗਾ ਸਕਦਾ। ਨਾਲ ਇਹ ਵੀ ਕਿਹਾ ਉਹਨਾਂ ਨੇ ਵੀ ਰਾਸ਼ਟਰਪਤੀ ਰਾਜ ਨਹੀਂ, ਕੋਸ਼ਿਸ਼ ਕਰਾਂਗੇ ਕੁਝ ਪਾਰਟੀਆਂ ਨਾਲ ਗੱਠਜੋੜ। ਹਾਂ, ਕਿਹਦਾ ਹੋ ਸਕਦਾ? ਉਹ ਇਸੇ ਕਰਕੇ ਜਿਹੜਾ ਹੁਣ ਗੱਠਜੋੜ ਦੀ ਗੱਲ ਕਹੀ ਹੈ, ਇੱਕ ਗੱਠਜੋੜ ਦੀ ਗੱਲ ਕਹੀ ਹੈ, ਮੈਨੂੰ ਇਹ ਲੱਗਦਾ ਵੀ ਨਾ ਤਾਂ ਮੈਂ ਜੋਸ਼ੀ ਹਾਂ ਤੇ ਨਾ ਹੀ ਮੈਂ ਕੋਈ ਪ੍ਰਾਪਰਟੀ ਡੀਲਰ ਹਾਂ। ਸਿਆਸੀ ਮਾਰਦੇ ਨਹੀਂ, ਇਸੇ ਕਰਕੇ ਇਹ ਵੀ ਕਿਹੜਾ ਕਿਸ ਤਰ੍ਹਾਂ ਲੋਕਾਂ ਦੀ ਉਹ ਬਾਅਦ 'ਚ ਐਮਐਲਏ ਖਰੀਦੇ ਜਾਣਗੇ ਜਾਂ ਕਿਸ ਤਰ੍ਹਾਂ ਮਤਲਬ ਇਹ ਬਣੂਗੀ, ਮੇਰਾ ਇਹਦੇ ਲਈ ਕਿਆਸ ਲਗਾਉਣਾ ਬੜਾ ਔਖਾ ਹੈ। ਪਰ ਜਿਹੜੀ ਗੱਲ ਇਹ ਤੋਂ ਨਿਕਲ ਕੇ ਆਉਂਦੀ ਹੈ ਕਿ ਵੀ ਹੰਗ ਅਸੈਂਬਲੀ ਇਸ ਵੇਲੇ ਸੰਕੇਤ ਹੰਗ ਅਸੈਂਬਲੀ ਦੇ ਲੱਗਦੇ ਨੇ। ਔਰ ਦੂਜਾ ਇਹਦੇ ਨਾਲ ਜਿਹੜਾ ਹੈ ਵੀ ਇਹ ਸੰਕੇਤ ਜਿਹੜਾ ਹੰਗ ਅਸੈਂਬਲੀ ਦਾ ਹੈ ਔਰ ਉਹਦੇ ਨਾਲ ਕਿਹੜੀ ਪਾਰਟੀ ਕਿਹਦੇ ਨਾਲ ਮਿਲੇਗੀ। ਮੈਂ ਇੱਕੋ ਹੀ ਗੱਲ ਇਹ ਕਹਿ ਸਕਦਾ ਵੀ ਅਕਾਲੀ ਪਾਰਟੀ ਜਿਹੜੀ ਹੈ ਇਹ ਬੀਜੇਪੀ ਨਾਲ ਵੀ ਜਾ ਸਕਦੀ ਹੈ, ਇਹ ਆਮ ਆਦਮੀ ਪਾਰਟੀ ਨਾਲ ਵੀ ਜਾ ਸਕਦੀ ਹੈ, ਅਕਾਲੀ ਦਲ। ਜੇ ਮੈਂ ਇਹ ਗੱਲ ਕਹਾਂ ਕਿ ਈਵਨ ਐਕਸਟ੍ਰੀਮ ਸਿਚੁਏਸ਼ਨ 'ਚ ਕਾਂਗਰਸ ਨਾਲ ਵੀ ਜਾ ਸਕਦੀ ਹੈ, ਜੇ ਕਾਂਗਰਸ ਤੇ ਸ਼ਿਵ ਸੈਨਾ ਮਿਲ ਸਕਦੇ ਨੇ ਤੇ ਇਹਨਾਂ ਦੇ ਹਿੰਦੁਸਤਾਨ ਦੀ ਇਸ ਵੇਲੇ ਰਾਜਨੀਤੀ 'ਚ ਜਦੋਂ ਤੁਹਾਡੀਆਂ ਬਾਉਂਡਰੀਜ਼ ਨਾ ਰਹਿਣ ਕੋਈ ਵੀ ਕਿਤੇ ਨਾਲ ਮਿਲ ਸਕਦਾ। ਇਹ ਨਾ ਮੈਂ ਜੱਜ ਕਰ ਸਕਦਾ, ਨਾ ਤੁਸੀਂ ਕਰ ਸਕਦੇ ਵੀ ਕੌਣ ਕੱਲ੍ਹ ਕਿਸੇ ਦੇ ਨਾਲ ਜਾ ਕੇ, ਜਿਵੇਂ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਦਰਵਾਜ਼ੇ ਨਹੀਂ ਪੋਲੀਟੀਕਲ ਪਾਰਟੀਆਂ ਦੀ, ਕੋਈ ਆਈਡੀਓਲੋਜੀ ਨਹੀਂ, ਕੋਈ ਬਾਉਂਡਰੀ ਨਹੀਂ, ਕੋਈ ਕਿਸੇ ਨਾਲ ਵੀ ਮਿਲ ਸਕਦਾ। ਤੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਸਰਕਾਰ ਮਿਲੇਗੀ, ਚੀਫ ਮਿਨਿਸਟਰ ਵੀ ਮਿਲੇਗਾ, ਉਹਦਾ ਵੀ ਚਿਹਰਾ ਵੀ ਹੋਏਗਾ, ਉਹਦਾ ਸਭ ਕੁਝ ਹੋਏਗਾ, ਉਹ ਤੋਂ ਮਿਲੇਗਾ। ਇਹ ਪੱਕੀ ਗੱਲ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਇਹਦੇ ਬਾਰੇ ਕੋਈ ਕਿਆਸ ਦੀ ਲੋੜ ਨਹੀਂ। ਸਰਕਾਰ ਵੀ ਬਣੇਗੀ, ਚੀਫ ਮਿਨਿਸਟਰ ਵੀ ਹੋਏਗਾ। ਸੋ ਪੰਜਾਬੀਓ ਸੁਣ ਲਓ ਡਾਕਟਰ ਪ੍ਰਮੋਦ ਕੁਮਾਰ ਹੋਣਾ ਨੇ ਕੀ ਕਿਹਾ। ਉਹ ਕਹਿੰਦੇ ਵੀ ਹੁਣ ਜਦੋਂ ਸਿਆਸਤ ਇੱਦਾਂ ਦੀ ਹੋ ਜੇ ਜਿਹਦੇ 'ਚ ਬੂਹੇ ਲਾਉਣ ਦੀ ਵੀ ਲੋੜ ਨਹੀਂ, ਕਿਉਂਕਿ ਪਤਾ ਨਹੀਂ ਕਿਹੜੇ ਲੀਡਰ ਨੇ ਕਦੋਂ ਕਿਹੜੇ ਘੁਰਨੇ 'ਚ ਵੜ ਜਾਣਾ। ਤੇ ਜਦੋਂ ਚਿਹਰਿਆਂ ਦੀ ਗੱਲ ਹੋਵੇ
ਜਦੋਂ ਮੁੱਦੇ ਗਾਇਬ ਹੋਣ ਤੇ ਸਰਕਾਰ ਕੋਈ ਵੀ ਆ ਜੇ ਕਰਨਾ ਕੀ ਹੈ। ਪਰ ਇੱਕ ਗੱਲ ਜਾਂਦੇ ਜਾਂਦੇ ਕਹਿ ਗਏ ਨੇ ਉਹ ਵੀ ਲੱਗਦਾ ਇਹ ਆ ਵੀ ਇਸ ਵਾਰੀ ਹੰਗ ਖਿਚੜੀ ਆਊਗੀ। ਤੇ ਜਿੱਥੋਂ ਤੱਕ ਗੱਠਜੋੜ ਦੀ ਗੱਲ ਆ, ਗੱਲ ਉੱਥੇ ਹੀ ਆਉਂਦੇ ਆ ਵੀ ਜਦੋਂ ਬੂਹੇ ਹੀ ਹੈ ਨਹੀਂ ਕਿਸੇ ਪਾਰਟੀ ਦੇ ਤੇ ਕੋਈ ਵੀ ਕਿਸੇ ਬੂਹੇ 'ਚ ਵੜ ਸਕਦਾ। ਸੋ ਦੇਖਦੇ ਆ ਕਿਹੜਾ ਕਿਹਦੇ ਬੂਹੇ 'ਚ ਵੜਦਾ ਤੇ ਤੁਹਾਨੂੰ ਕਿੱਦਾਂ ਦਾ ਮੁੱਖ ਮੰਤਰੀ ਤੇ ਕਿੱਦਾਂ ਦੀ ਸਰਕਾਰ ਮਿਲਦੀ ਹੈ।